ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿੱਚ ਬੈਠੇ ਹਾਂ। ਮੇਰੇ ਨਾਲ ਨੇ ਮਹਿਮਾਨ ਡਾਕਟਰ ਪੰਕਜਪ੍ਰੀਤ ਸਿੰਘ, ਫਿਜ਼ੀਓਥੈਰੇਪੀ ਦੇ ਮਾਹਰ ਨੇ। ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਇਹ ਕੰਮ ਕਰ ਚੁੱਕੇ ਨੇ। NIS ਦੇ ਵਿੱਚ ਸਪੋਰਟਸ ਦੇ ਵਿੱਚ ਮਹਾਰਤ ਹੈ ਇਹਨਾਂ ਨੂੰ ਹੈਗੀ ਹੈ। ਇੰਡੀਆ ਦੀ ਟੀਮ ਨਾਲ ਵੀ ਜਾ ਚੁੱਕੇ ਨੇ। ਹਸਪੀਟਲ, ਸਰਕਾਰੀ ਹਸਪਤਾਲ ਦੇ ਵਿੱਚ ਵੀ ਫਿਜ਼ੀਓਥੈਰੇਪਿਸਟ ਦੇ ਤੌਰ 'ਤੇ ਕੰਮ ਕਰ ਚੁੱਕੇ ਨੇ। ਅੱਜ ਕੱਲ੍ਹ ਇਹ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਹੈੱਡ ਆਫ ਦੀ ਡਿਪਾਰਟਮੈਂਟ ਨੇ ਫਿਜ਼ੀਓਥੈਰੇਪੀ ਦੇ। ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੋਡੇ 'ਚ ਪ੍ਰੋਬਲਮ ਕਿਉਂ ਆਉਂਦੀ ਹੈ। ਗੋਡੇ ਦੀਆਂ ਪ੍ਰੋਬਲਮਸ ਜਿਹੜੀਆਂ ਨੇ, ਗੋਡੇ ਦੀਆਂ ਜਿਹੜੀਆਂ ਤਕਲੀਫਾਂ ਨੇ ਅੱਜ ਕੱਲ੍ਹ ਸਭ ਤੋਂ ਵੱਧ ਨੇ, ਕਾਮਨ ਨੇ, ਆਮ ਨੇ। ਹਰ ਇਨਸਾਨ ਅੱਜ ਗੋਡਾ ਫੜ ਕੇ ਬੈਠਾ ਹੈ। ਚੌਂਕੜੀ ਮਾਰ ਕੇ ਬੈਠਿਆ ਨਹੀਂ ਜਾਂਦਾ, ਤੁਰਿਆ ਨਹੀਂ ਜਾਂਦਾ, ਪੌੜੀਆਂ ਚੜ੍ਹਿਆ ਨਹੀਂ ਜਾਂਦਾ। ਹਰ ਟਾਈਮ ਬੰਦਾ ਗੋਡਾ ਕਰਦਾ ਰਹਿ ਜਾਂਦਾ। ਅਤੇ ਇੱਥੋਂ ਤੱਕ ਹਾਲਾਤ ਹੁੰਦੇ ਨੇ ਕਿ ਸੌਣ ਲੱਗਿਆਂ ਵੀ ਬੰਦਾ ਨਾ ਤਾਂ ਗੋਡਾ ਇਕੱਠਾ ਕਰ ਪਾਉਂਦਾ ਅਤੇ ਨਾ ਹੀ ਜਿਹੜਾ ਉਹ ਜ਼ਿਆਦਾ ਦੇਰ ਤੱਕ ਸਿੱਧਾ ਕਰ ਪਾਉਂਦਾ। ਕੀ ਕਾਰਨ ਹੁੰਦੇ ਨੇ ਕਿ ਸਾਡੇ ਗੋਡੇ 'ਚ ਅਜਿਹੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਗਈਆਂ। ਕੋਈ ਵੇਲਾ ਸੀ ਕਿ ਜਿਹੜਾ ਇਨਸਾਨ ਜਿਹੜੇ ਸੀਗੇ ਉਹ ਬਿਲਕੁਲ ਤੰਦਰੁਸਤ ਹੋਇਆ ਕਰਦੇ ਸੀਗੇ ਅਤੇ ਭੱਜੇ ਫਿਰਦਿਆ ਕਰਦੇ ਸੀ। ਕੀ ਕਾਰਨ ਹੈ ਕਿ ਇੱਕ ਫੌਜੀ ਜਿਹੜੀ ਉਹ 15 ਫੁੱਟ ਦੀ ਉਚਾਈ ਦੇ ਉੱਤੋਂ ਛਾਲ ਮਾਰ ਕੇ ਥੱਲੇ ਉਹ ਦੌੜ ਪੈਂਦਾ ਫਿਰ ਵੀ, ਅਤੇ ਆਪਾਂ ਜਿਹੜਾ ਆ ਉਹ ਤੁਰ ਵੀ ਨਹੀਂ ਸਕਦੇ ਚੱਜ ਨਾਲ। ਕਿਹੜੇ ਉਹ ਕਾਰਨ ਨੇ ਕਿ ਜਿਹੜੇ ਸਾਡੇ ਗੋਡੇ ਖਰਾਬ ਹੋਣ ਲੱਗ ਪਏ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਇੱਕ ਵਾਰ ਫਿਰ ਤੁਸੀਂ ਬਹੁਤ ਮੌਕਾ ਦਿੱਤਾ ਮੈਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ, ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਚੈਨਲ ਦਾ ਜੀ। ਡਾਕਟਰ ਸਾਹਿਬ, ਅਸੀਂ ਵੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਤੁਹਾਡੇ ਵਰਗੇ ਮਹਿਮਾਨ ਨੂੰ ਅਸੀਂ ਦਰਸ਼ਕਾਂ ਦੇ ਰੂਪ ਕਰ ਸਕੇ। ਡਾਕਟਰ ਸਾਹਿਬ, ਗੋਡੇ ਦਾ ਵਿਸ਼ਾ ਜਿਹੜਾ ਹੈ ਅੱਜ ਕੱਲ੍ਹ ਹਰ ਦੂਜਾ ਜਾਂ ਤੀਜਾ ਇਨਸਾਨ ਆਪਣਾ ਗੋਡਾ ਫੜੀ ਬੈਠਾ ਹੈ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਗੋਡੇ ਦਾ ਸਾਡੀ ਬਾਡੀ ਦੇ ਵਿੱਚ ਰੋਲ ਕੀ ਹੈ। ਰੱਬ ਨੂੰ ਗੋਡਾ ਲਾਉਣ ਦੀ ਕੀ ਲੋੜ ਪੈ ਗਈ? ਵੈਸੇ ਵੀ ਹੋਰ ਚੀਜ਼ਾਂ ਬਹੁਤ ਸਾਰੀਆਂ ਸੀਗੀਆਂ। ਗੋਡਾ ਕਿਉਂ ਲਾਇਆ ਗਿਆ? ਗੋਡੇ ਦੀ ਬਣਤਰ ਕਿਵੇਂ ਦੀ ਹੈਗੀ ਹੈ? ਅਤੇ ਗੋਡਾ ਜਿਹੜਾ ਉਹ ਅੱਗੇ ਚੱਲ ਕੇ ਫਿਰ ਆਪਾਂ ਇਹਨੂੰ ਦੇਖਾਂਗੇ ਵੀ ਗੋਡੇ ਨੂੰ ਪ੍ਰੋਬਲਮ ਕਿਉਂ ਆਉਂਦੀ। ਦੇਖੋ ਜੀ, ਅੱਜ ਕੱਲ੍ਹ ਮੋਬਿਲਿਟੀ ਦਾ ਯੁੱਗ ਹੈ। ਸਾਧਨ ਨੂੰ ਆਪਾਂ ਨੇ ਮੋਬਿਲਾਈਜ਼ ਕਰਨਾ ਹੈ, ਅਤੇ ਮੋਬਿਲਾਈਜ਼ ਤਾਂ ਹੀ ਕਰ ਪਾਵਾਂਗੇ। ਆਪਾਂ ਆਪਣੀ ਰੋਜ਼ਗਾਰ 'ਤੇ ਜਾਣਾ ਹੈ, ਖਾਣਾ ਬਣਾਉਣਾ ਹੈ, ਸਾਰਾ ਕੁਝ ਕਰਨਾ, ਉਹ ਤਾਂ ਹੀ ਪੋਸੀਬਿਲਿਟੀ ਹੈ ਜੇ ਆਪਾਂ ਮੂਵ ਕਰ ਸਕਾਂਗੇ ਔਰ ਚੰਗੇ ਤਰੀਕੇ ਨਾਲ ਮੂਵ ਕਰ ਸਕਾਂਗੇ। ਜੇ ਆਪਣੇ ਜੁਆਇੰਟਸ ਪੇਨ ਨਹੀਂ ਕਰਨਗੇ ਤਾਂ ਆਪਣੀ ਐਫੀਸ਼ੀਐਂਸੀ ਵਧੂਗੀ, ਅਤੇ ਜੇ ਐਫੀਸ਼ੀਐਂਸੀ ਵਧੂਗੀ ਆਪਾਂ ਕੰਮ ਚੰਗਾ ਕਰਾਂਗੇ, ਗੁੱਸਾ ਘੱਟ ਆਊਗਾ, ਵਧੀਆ ਕੰਮ ਕਰਾਂਗੇ, ਹੱਸ ਕੇ ਕੰਮ ਕਰਾਂਗੇ। ਅਤੇ ਉਹਦੇ ਵਾਸਤੇ ਆਪਾਂ ਨੂੰ ਆਪਣੇ ਜੋੜਾਂ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ। ਹੁਣ ਜਿੱਥੋਂ ਤੱਕ ਗੋਡੇ ਦੀ ਗੱਲ ਹੈ, ਗੋਡੇ ਰਾਜੇ ਨੇ ਜੀ ਆਪਣੇ ਸਰੀਰ ਦੇ। ਜੇ ਗੋਡੇ ਠੀਕ ਹੈ, ਤੁਸੀਂ ਵਧੀਆ ਤੁਰੋਗੇ ਫਿਰੋਗੇ, ਤੁਹਾਨੂੰ ਹੈਲਥ ਇਸ਼ੂਜ਼ ਨਹੀਂ ਆਉਣਗੇ। ਜੇ ਤੁਸੀਂ ਘਰੇ ਬਹਿ ਗਏ, ਮੰਜੇ ਨੂੰ ਲੱਗ ਗਏ, ਅਤੇ ਹੈਲਥ ਇਸ਼ੂਜ਼ ਤੁਹਾਡੇ ਵੱਧਦੇ ਜਾਣਗੇ। ਸੋ ਗੋਡੇ ਰਾਜੇ ਨੇ ਤੁਹਾਡੇ। ਜੇ ਰਾਜਾ ਖੁਸ਼ ਅਤੇ ਪ੍ਰਜਾ ਖੁਸ਼। ਸੋ ਗੋਡੇ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ। ਅਤੇ ਗੋਡਾ ਜਿਹੜਾ ਹੈਗਾ ਇਹ ਆਪਣੇ ਕੋਲ ਮਾਡਲ ਪਿਆ। ਹਾਂ, ਬਿਲਕੁਲ ਇਹ ਆਪਣਾ ਗੋਡਾ ਹੈਗਾ ਜੀ। ਅਤੇ ਗੋਡੇ ਦੀ 'ਚ ਮੂਵਮੈਂਟ ਜਿਹੜੀ ਹੈ ਉਹ ਇੱਦਾਂ ਮੁੜਦਾ ਅਤੇ ਸਿੱਧਾ ਹੁੰਦਾ। ਇਹੀ ਇੱਕ ਮੂਵਮੈਂਟ ਹੈ। ਇਹ ਇੱਕ ਹਿੰਜ ਜੁਆਇੰਟ ਹੈ, ਠੀਕ ਹੈ ਜੀ। ਜਿਵੇਂ ਦਰਵਾਜ਼ਾ ਖੁੱਲ੍ਹਦਾ ਅਤੇ ਬੰਦ ਹੁੰਦਾ, ਇਹਦੀ ਜਿਹੜੀ ਮੂਵਮੈਂਟ ਆ ਉਹ ਇੱਕ ਪਾਸੇ ਦੀ ਹੈ। ਜਾਂ ਇਹਨੇ ਖੁੱਲ੍ਹਣਾ ਤਾਂ ਜਾਂ ਇਹਨੇ ਬੰਦ ਹੋਣਾ। ਅਤੇ ਜੇ ਆਪਣੀ ਮੂਵਮੈਂਟ ਪੂਰੀ ਕਰਦਾ ਤਾਂ ਤੁਸੀਂ ਚੌਕੜੀ ਵੀ ਮਾਰ ਸਕਦੇ ਹੋ, ਥੱਲੇ ਵੀ ਬਹਿ ਸਕਦੇ ਹੋ, ਸਾਰੇ ਕੰਮ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਅਤੇ ਫਿਰ ਇਹ ਦੱਸੋ ਕਿ ਕੀ ਅਜਿਹੇ ਕਾਰਨ ਹੁੰਦੇ ਨੇ ਵੀ ਜਿਹੜੇ ਗੋਡੇ ਜਿਹੜੇ ਨੇ ਉਹ ਖਰਾਬ ਹੋਣ ਲੱਗ ਜਾਂਦੇ ਨੇ? ਕੀ ਆਪਾਂ ਕੁਛ ਖਾਂਦੇ ਪੀਂਦੇ ਪੁੱਠਾ ਵਾਂ? ਕੀ ਆਪਾਂ ਸਾਡਾ ਬੈਠਣ ਦਾ ਜਾਂ ਤੁਰਨ ਦਾ ਪੋਸਚਰ ਮਾੜਾ ਹੈਗਾ ਸਾਡਾ? ਕਿ ਜਾਂ ਫਿਰ ਸਾਡੇ ਅਸੀਂ ਅਜਿਹਾ ਆਪਣਾ ਵਜ਼ਨ ਹੀ ਇੰਨਾ ਕਰ ਲਿਆ ਕਿ ਗੋਡਿਆਂ ਦੇ ਉੱਤੇ ਭਾਰ ਪੈ ਗਿਆ ਅਤੇ ਉਹ ਜਿਹੜਾ ਉਹ ਝੱਲ ਨਹੀਂ ਪਾ ਰਹੇ? ਕਿ ਜਾਂ ਫਿਰ ਜਿਹੜਾ ਅੱਜ ਕੱਲ੍ਹ ਦੇ ਪੌਣ ਪਾਣੀ ਅਤੇ ਜਿਹੜੇ ਮੁਤਾਬਕ ਜਿਹੜਾ ਉਹ ਕੋਈ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਗੋਡੇ ਜਿਹੜੇ ਹੁਣ ਕੰਮ ਕਰਨੋਂ ਹੀ ਹਟ ਗਏ ਨੇ। ਕੋਈ ਪਹਿਲਾਂ ਤਾਂ ਜਿਹੜੇ ਲੋਕ ਜਿਹੜੇ ਉਹ ਸੈਂਕੜੇ ਸਾਲ ਜੀ ਕੇ ਵੀ ਉਹ ਭੱਜੇ ਫਿਰਦੇ ਹੁੰਦੇ ਸੀ। ਅੱਜ ਕੱਲ੍ਹ ਤਾਂ ਜਿਹੜਾ ਉਹ ਜਿਹੜੇ ਬੱਚੇ ਵੀ ਜਿਹੜੇ ਆਪਣੇ ਗੋਡੇ ਫੜੀ ਬੈਠੇ ਨੇ। ਤੁਹਾਡਾ ਕਹਿਣਾ ਬੜਾ ਸਹੀ ਹੈ ਜੀ। ਪਹਿਲੇ ਬਜ਼ੁਰਗ ਭੱਜੇ ਫਿਰਦੇ ਸੀਗੇ ਅਤੇ ਹੁਣ ਆਪਣੇ ਤੋਂ ਤੁਰਿਆ ਵੀ ਨਹੀਂ ਜਾਂਦਾ। ਉਹਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਜੀ ਆਪਣਾ ਲਾਈਫ ਸਟਾਈਲ। ਜਿਹੜਾ ਆਪਣਾ ਲਾਈਫ ਸਟਾਈਲ ਉਹ ਬਹੁਤ ਬਦਲ ਗਿਆ। ਪਹਿਲੇ ਆਪਾਂ ਸਾਈਕਲ ਚਲਾਉਂਦੇ ਸੀ, ਗੋਡੇ ਮੂਵ ਕਰਦੇ ਰਹਿੰਦੇ ਸੀਗੇ। ਹੁਣ ਆਪਾਂ ਜੇ ਨੇੜੇ ਵੀ ਜਾਣਾ ਹੈ ਮਾਰਕੀਟ ਤੱਕ ਤਾਂ ਆਪਾਂ ਐਕਟਿਵਾ ਚੱਕ ਲੈਂਦੇ ਹਾਂ, ਮੋਟਰ ਬਾਈਕ ਚੱਕ ਲੈਂਦੇ ਹਾਂ। ਅਤੇ ਪਹਿਲੇ ਆਪਾਂ ਹੱਥੀਂ ਕੰਮ ਬਹੁਤ ਕਰਦੇ ਸੀ, ਸੈਰ ਬੜੀ ਕਰਦੇ ਸੀਗੇ। ਮਤਲਬ ਜੋ ਵੀ ਕੰਮ ਸੀ ਸਾਰਾ ਫਿਜ਼ੀਕਲ ਵਰਕ ਸੀ। ਹੁਣ ਆਪਾਂ ਮਸ਼ੀਨਰੀ 'ਤੇ ਡਿਪੈਂਡ ਹੋ ਗਏ ਹਾਂ। ਪਹਿਲੇ ਆਪਾਂ ਟੋਇਲਟ ਵੀ ਇੰਡੀਅਨ ਟੋਇਲਟ ਯੂਜ਼ ਕਰਦੇ ਸੀ,
ਉਹ ਇੱਕ ਵਾਰ ਥੱਲੇ ਬੈਠਿਆ ਜਾਂਦਾ ਸੀਗਾ, ਹੁਣ ਆਪਾਂ ਇੰਗਲਿਸ਼ ਟੋਇਲਟ ਯੂਜ਼ ਕਰਦੇ ਹਾਂ। ਆਦਤ ਪੈ ਗਈ ਹੈ, ਛੋਟੇ ਬੱਚਿਆਂ ਨੂੰ ਵੀ ਆਦਤ ਪੈ ਗਈ ਹੈ। ਸੋ ਜਿਹੜਾ ਇੱਕ ਵਾਰ ਪੂਰਾ ਗੋਡਾ ਬੈਂਡ ਹੁੰਦਾ ਸੀਗਾ ਉਹ ਨਹੀਂ ਹੁੰਦਾ। ਖਾਣ ਪੀਣ ਦਾ ਸਿਸਟਮ ਬਦਲ ਗਿਆ, ਜੰਕ ਫੂਡ ਬਹੁਤ ਖਾਇਆ ਜਾ ਰਿਹਾ, ਉਹਦੇ ਕਰਕੇ ਭਾਰ ਵੱਧ ਰਿਹਾ। ਉਹਦੇ ਕਰਕੇ ਕੀ ਹੈ ਕਿ ਜਿਹੜਾ ਗੋਡਿਆਂ 'ਤੇ ਸਟ੍ਰੈਸ ਹੈ ਉਹ ਬਹੁਤ ਵੱਧ ਗਿਆ। ਜੇ ਤੁਹਾਡਾ 1 ਕਿਲੋ ਭਾਰ ਵੱਧਦਾ ਤਾਂ ਗੋਡੇ 'ਤੇ 10 ਕਿਲੋ ਸਟ੍ਰੈਸ ਵੱਧ ਜਾਂਦਾ। ਮੰਨ ਲਓ ਜੇ ਤੁਹਾਡਾ 10 ਕਿਲੋ ਭਾਰ ਵੱਧਦਾ ਤਾਂ 100 ਕਿਲੋ ਸਟ੍ਰੈਸ ਪੈ ਰਿਹਾ। ਫਿਰ ਵਿਦ ਏਜ ਤੁਹਾਡੀ ਜਿਹੜੀ ਮਸਲ ਪਾਵਰ ਹੈ ਉਹ ਘਟ ਰਹੀ ਹੈ, ਕਿਉਂਕਿ ਤੁਹਾਡੀ ਫਿਜ਼ੀਕਲ ਐਕਟੀਵਿਟੀ ਹੈ ਨਹੀਂ, ਘਟ ਗਈ। ਸੋ ਉਹ ਕਈ ਕਾਰਨ ਨੇ ਜੀ ਜਿਹਦੇ ਕਰਕੇ ਆਪਣੇ ਜਿਹੜੀ ਮੋਸਟ ਕਾਮਨ ਪ੍ਰੋਬਲਮ ਅੱਜ ਦੀ ਡੇਟ 'ਚ ਆ ਰਹੀ ਹੈ ਉਹ ਆਸਟੀਓਆਰਥਰਾਈਟਿਸ ਆ ਰਹੀ ਹੈ। ਆਸਟੀਓਆਰਥਰਾਈਟਿਸ ਕੀ ਹੈ? ਇਟਸ ਅ ਵੀਅਰ ਐਂਡ ਟੀਅਰ ਆਫ ਦਾ ਜੁਆਇੰਟ। ਤੁਹਾਡਾ ਜੋੜ ਘਸ ਰਿਹਾ। ਹਾਂ, ਸੋ ਉਹਨੂੰ ਰੋਕਣ ਵਾਸਤੇ ਆਪਾਂ ਨੂੰ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪਊਗਾ, ਫਿਜ਼ੀਕਲ ਐਕਟੀਵਿਟੀ ਕਰਨੀ ਪਏਗੀ, ਕੇਅਰ ਕਰਨੀ ਪਏਗੀ। ਆਪਾਂ ਕੇਅਰ ਨਹੀਂ ਕਰ ਰਹੇ, ਇੱਥੇ ਮਾਰ ਖਾ ਰਹੇ ਆ। ਜੇ ਆਪਾਂ ਆਪਣੇ ਗੋਡੇ ਦੀ ਕੇਅਰ ਕਰੀਏ ਤਾਂ ਜ਼ਰੂਰ ਆਪਾਂ ਆਪਣੇ ਗੋਡੇ ਨੂੰ ਖਰਾਬ ਹੋਣ ਤੋਂ ਰੋਕਿਆ ਜਾ ਸਕਦਾ ਹੈ। ਹੁਣ ਕੇਅਰ ਕਰਨੀ ਕਿਵੇਂ ਹੈ, ਸਭ ਤੋਂ ਵੱਡਾ ਸਵਾਲ ਹੈ। ਮੈਂ ਹਰੇਕ ਨੂੰ ਇਹੀ ਐਗਜ਼ਾਮਪਲ ਦਿੰਦਾ ਕਿ ਜੇ ਤੁਹਾਡੀ ਕਾਰ ਦੀ ਅਲਾਈਨਮੈਂਟ ਖਰਾਬ ਹੁੰਦੀ ਹੈ, ਤੁਸੀਂ ਉਹ ਅਲਾਈਨਮੈਂਟ ਠੀਕ ਕਰਾ ਕੇ ਟਾਇਰ ਘਸਣ ਤੋਂ ਬਚਾ ਲੈਂਦੇ ਹੋ। ਹਾਂ, ਔਰ ਉਹ ਆਪਾਂ ਹਰ 10,000 ਕਿਲੋਮੀਟਰ ਬਾਅਦ ਆਪਣੀ ਗੱਡੀ ਦੀ ਸਰਵਿਸ ਕਰਾ ਰਹੇ ਹਾਂ। ਹਰ 10,000 ਕਿਲੋਮੀਟਰ ਬਾਅਦ ਉਹਦੀ ਅਲਾਈਨਮੈਂਟ ਬੈਲੈਂਸਿੰਗ ਕਰਾ ਰਹੇ ਹਾਂ। ਕਿਉਂ? ਤਾਂ ਕਿ ਉਹਦੇ ਟਾਇਰਾਂ ਦੀ ਲਾਈਫ ਵਧੇ, ਉਹ ਘੱਟ ਘਸਣ। ਜੇ ਤੁਹਾਡਾ ਇੱਕ ਗੋਡਾ ਜਾਂ ਆਪਾਂ ਕਹਾਂਗੇ ਇੱਕ ਟਾਇਰ ਖਰਾਬ ਹੋ ਗਿਆ, ਉਹ ਬਾਕੀ ਟਾਇਰਾਂ ਨੂੰ ਵੀ ਲੈ ਜਾਂਦਾ ਹੈ। ਸਿਮਿਲਰਲੀ ਅਗਰ ਇੱਕ ਗੋਡਾ ਖਰਾਬ ਹੁੰਦਾ ਹੈ, ਉਹ ਇਮੀਡੀਏਟਲੀ ਦੂਜੇ ਗੋਡੇ 'ਤੇ ਇਫੈਕਟ ਕਰਦਾ ਹੈ, ਅਲਟੀਮੇਟਲੀ ਤੁਹਾਡੀ ਬੈਕ 'ਤੇ ਇਫੈਕਟ ਕਰਦਾ ਹੈ। ਤੁਹਾਡਾ ਤੁਰਨ ਦਾ ਸਟਾਈਲ ਬਦਲ ਜਾਂਦਾ ਹੈ। ਤੁਰਨ ਦਾ ਸਟਾਈਲ ਕਿਵੇਂ ਬਦਲਦਾ? ਤੁਸੀਂ ਬੱਤਖ ਵਾਂਗ ਤੁਰਦੇ ਹੋ, ਤੁਹਾਡੀ ਜਿਹੜੀ ਮੂਵਮੈਂਟ ਆ ਉਹ ਇੱਦਾਂ, ਇਹਨੂੰ ਵੈਡਲਿੰਗ ਗੇਟ ਕਹਿੰਦੇ ਆ ਸਾਡੀ ਟਰਮੀਨੋਲੋਜੀ 'ਚ। ਉਹ ਜਦੋਂ ਪੇਨ ਹੁੰਦਾ ਤਾਂ ਤੁਸੀਂ ਇੱਦਾਂ ਚੱਲਦੇ ਹੋ। ਜਦੋਂ ਇੱਦਾਂ ਚੱਲਦੇ ਹੋ ਤਾਂ ਦੂਜੇ ਗੋਡੇ 'ਤੇ ਭਾਰ ਜ਼ਿਆਦਾ ਪੈਂਦਾ, ਦੂਜਾ ਗੋਡਾ ਵੀ ਜਾਣਾ ਸ਼ੁਰੂ ਹੋ ਜਾਂਦਾ। ਉਦੋਂ ਫਿਰ ਬਾਅਦ ਜੇ ਤੁਸੀਂ ਫਿਰ ਵੀ ਧਿਆਨ ਨਹੀਂ ਕਰਦੇ, ਤੁਹਾਡੀ ਪਿੱਠ ਜਾਣੀ ਸ਼ੁਰੂ ਹੋ ਜਾਂਦੀ ਹੈ, ਪਿੱਠ ਦਰਦ ਰਹਿਣਾ ਸ਼ੁਰੂ ਹੋ ਜਾਂਦਾ। ਸੋ ਕਈ ਇੱਦਾਂ ਚੇਨ ਉਹ ਚੇਨ ਰਿਐਕਸ਼ਨ ਸ਼ੁਰੂ ਹੋ ਜਾਂਦਾ, ਜਿਹੜਾ ਕਿ ਜਿਵੇਂ ਮੈਂ ਪਹਿਲੇ ਕਿਹਾ ਤੁਹਾਨੂੰ ਕਿ ਗੋਡੇ ਆਪਣੇ ਰਾਜਾ ਹੈ। ਜੇ ਰਾਜਾ ਨਾਰਾਜ਼ ਹੈ ਤਾਂ ਪ੍ਰਜਾ ਨਾਰਾਜ਼ ਰਹੂਗੀ। ਸੋ ਉਹ ਚੇਨ ਰਿਐਕਸ਼ਨ ਸ਼ੁਰੂ ਹੋ ਜਾਂਦਾ ਹੈ। ਤੁਹਾਡੀ ਮੋਬਿਲਿਟੀ ਘਟ ਜਾਂਦੀ ਹੈ, ਭਾਰ ਹੋਰ ਵਧਣ ਲੱਗ ਜਾਂਦਾ। ਸੋ ਇਹ ਗੋਡਾ ਜੇ ਆਪਾਂ ਸ਼ੁਰੂ 'ਚ ਹੀ ਫੜ ਲਈਏ ਤਾਂ ਆਪਾਂ ਆਪਣੇ ਸਰੀਰ ਨੂੰ ਠੀਕ ਰੱਖ ਸਕਦੇ ਹਾਂ। ਅੱਛਾ, ਪ੍ਰੋਬਲਮ ਕੀ ਹੈ? ਆਪਣੇ ਸਰੀਰ 'ਚ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਵਜ਼ਨ ਸਹਿਣ ਵਾਸਤੇ ਬਣੀਆਂ ਹੋਈਆਂ ਨੇ, ਅਤੇ ਜੇ ਵਜ਼ਨ ਪਵੇ ਵੀ ਆਪਾਂ ਨੂੰ ਦਰਦ ਨਹੀਂ ਹੁੰਦਾ। ਜੇ ਕੱਟ ਵੱਢ ਵੀ ਦਈਏ ਤਾਂ ਦਰਦ ਨਹੀਂ ਹੁੰਦਾ। ਫੋਰ ਐਗਜ਼ਾਮਪਲ, ਤੁਸੀਂ ਨਹੁੰ ਕੱਟੋ, ਤੁਹਾਨੂੰ ਦਰਦ ਨਹੀਂ ਹੋਊਗਾ। ਤੁਸੀਂ ਵਾਲ ਕੱਟੋ, ਦਰਦ ਨਹੀਂ ਹੋਏਗਾ। ਤੁਸੀਂ ਆਈ ਲੈਂਸ ਚੇਂਜ ਕਰਦੇ ਹੋ, ਕੋਰਨੀਆ ਕੱਟਦੇ ਹੋ, ਤਾਂ ਦਰਦ ਨਹੀਂ ਹੁੰਦਾ। ਸਿਮਿਲਰਲੀ ਰੱਬ ਨੇ ਇੰਨਾ ਪਿਆਰਾ ਸਰੀਰ ਬਣਾਇਆ, 2 ਜੋੜਾਂ ਦੇ ਵਿਚਕਾਰ ਇੱਕ ਕੁਸ਼ਨ ਦੇ ਰੱਖਿਆ ਜਿਹਨੂੰ ਕਿ ਕਾਰਟਿਲੇਜ ਕਹਿੰਦੇ ਆ। ਹਾਂ ਬਿਲਕੁਲ, ਜਦੋਂ ਤੁਸੀਂ ਗੋਡਾ ਮੋੜਦੇ ਹੋ ਤਾਂ ਇਹਦੇ ਉੱਤੇ ਇੱਕ ਲੇਅਰ ਬਣੀ ਹੁੰਦੀ ਹੈ, ਉਹਨੂੰ ਕਾਰਟਿਲੇਜ ਕਹਿੰਦੇ ਨੇ। ਠੀਕ ਹੈ? ਨਹੀਂ, ਥੈਲੀ ਨਹੀਂ, ਇਹਦੇ ਉੱਤੇ ਇੱਕ ਕਵਰਿੰਗ ਹੈ, ਕੁਸ਼ਨ ਵਾਲੀ ਕਵਰਿੰਗ ਹੈ, ਉਹਨੂੰ ਕਾਰਟਿਲੇਜ ਕਹਿੰਦੇ ਨੇ। ਉਹਦਾ ਕੰਮ ਇਹ ਹੈ ਕਿ ਉਹ ਜੇ ਤੁਸੀਂ ਜਰਕ ਵੀ ਵੱਜਦਾ ਗੋਡੇ 'ਤੇ ਜਾਂ ਕੋਈ ਭਾਰ ਵੀ ਆ ਜਾਂਦਾ ਤਾਂ ਉਹ ਤੁਹਾਡਾ ਜਿਹੜਾ ਹੈਗਾ ਉਹ ਝਟਕਾ ਸਹਿ ਲੈਂਦਾ, ਸ਼ੌਕਰ ਦਾ ਕੰਮ ਕਰਦਾ। ਮਸਲ ਤੁਹਾਡੇ ਸ਼ੌਕਰ ਦੇ ਕੰਮ ਕਰਦੇ ਨੇ, ਉਹਦੇ ਨਾਲ ਤੁਹਾਨੂੰ ਦਰਦ ਨਹੀਂ ਹੁੰਦੀ। ਹੁਣ ਜਿਹੜਾ ਫੌਜੀ 3 ਮੰਜ਼ਿਲ ਥੱਲੇ ਛਾਲ ਮਾਰ ਦਿੰਦਾ ਉਹਨੂੰ ਦਰਦ ਨਹੀਂ ਹੁੰਦੀ, ਕਿਉਂਕਿ ਉਹਨੂੰ ਟੈਕਨੀਕ ਸਿਖਾਈ ਜਾਂਦੀ ਹੈ, ਕੁਛ ਬਾਡੀ ਉਹਦੀ ਸਾਥ ਦਿੰਦੀ ਹੈ। ਠੀਕ ਹੈ? ਆਪਾਂ ਮਾੜਾ ਜਿਹਾ ਤੁਰ ਲਈਏ ਅਤੇ ਗੋਡੇ ਦੁਖਣ ਲੱਗ ਜਾਂਦੇ ਨੇ। ਸੋ ਗੱਲ ਇਹ ਹੈ ਕਿ ਉਹ ਬਾਇਓਮੈਕੈਨੀਕਲ ਜਿਹੜਾ ਫਾਲਟ ਪੈ ਰਿਹਾ, ਜਿਹੜੀ ਤੁਹਾਡੀ ਅਲਾਈਨਮੈਂਟ ਚੇਂਜ ਹੋ ਰਹੀ ਹੈ, ਜਿਹੜਾ ਉਹ ਕਾਰਟਿਲੇਜ, ਮੈਂ ਗੱਲ ਕਰ ਰਿਹਾ ਸੀ ਕਾਰਟਿਲੇਜ ਦੀ, ਹੁਣ ਉੱਤੇ ਪ੍ਰੈਸ਼ਰ ਪੈ ਰਿਹਾ, ਦਰਦ ਨਹੀਂ ਹੋ ਰਹੀ। ਤੁਹਾਡੀ ਅਲਾਈਨਮੈਂਟ ਚੇਂਜ ਹੋਈ, ਉਹ ਫਟਣਾ ਸ਼ੁਰੂ ਹੋ ਗਿਆ, ਤੁਹਾਨੂੰ ਹਾਲੇ ਤੱਕ ਦਰਦ ਨਹੀਂ ਹੋਊਗੀ। ਪਰ ਜਦੋਂ ਪੈਰੀਫਰੀ ਸਾਈਡ 'ਤੇ ਫਟਣਾ ਸ਼ੁਰੂ ਹੋ ਗਿਆ, ਉਦੋਂ ਦਰਦ ਹੋਏਗੀ ਤੁਹਾਨੂੰ। ਉਦੋਂ ਤੱਕ ਕਾਫੀ ਕੰਮ ਖਰਾਬ ਹੋ ਜਾਂਦਾ। ਸੋ ਆਪਾਂ ਕੇਅਰ ਕੀ ਕਰਨੀ ਹੈ? ਆਪਾਂ ਆਪਣੇ ਗੋਡੇ ਦੀ ਅਲਾਈਨਮੈਂਟ ਸਹੀ ਰੱਖਣੀ ਹੈ, ਆਪਾਂ ਆਪਣੇ ਮਸਲਸ ਨੂੰ ਸਟਰੋਂਗ ਰੱਖਣਾ ਹੈ। ਆਪਾਂ ਇਹ ਦੇਖਣਾ ਹੈ ਕਿ ਉਲਟੇ ਲੇਟ ਕੇ ਕੀ ਆਪਣੀ ਅੱਡੀ ਹਿਪਸ 'ਤੇ ਲੱਗ ਜਾਂਦੀ ਹੈ ਆਪਣੇ ਆਪ। ਆਪਣੇ ਆਪ ਨਹੀਂ ਲੱਗ ਰਹੀ ਤਾਂ ਹੱਥ ਨਾਲ ਫੜ ਕੇ ਦੇਖੋ, ਆਪਣਾ ਪੈਰ ਫੜੋ ਅਤੇ ਪਿੱਛੇ ਦੇਖੋ, ਅੱਡੀ ਹਿਪ 'ਤੇ ਲੱਗ ਰਹੀ ਹੈ, ਬਟਕਸ 'ਤੇ ਲੱਗ ਰਹੀ ਹੈ। ਅਗਰ ਉਹ ਲੱਗ ਰਹੀ ਹੈ ਤਾਂ ਮਤਲਬ ਤੁਹਾਡੀ ਰੇਂਜ ਪੂਰੀ ਹੈ, ਕੰਪਲੀਟ ਹੈ। ਅਗਰ ਉਹਦੇ 'ਚ ਪੇਨ ਹੈ ਤਾਂ ਤੁਸੀਂ ਇੱਕ ਵਾਰ ਫਿਜ਼ੀਓਥੈਰੇਪਿਸਟ ਨੂੰ ਜ਼ਰੂਰ ਮਿਲੋ,
ਤਾਂ ਕਿ ਆਪਾਂ ਚੈੱਕ ਕਰੀਏ ਕਿ ਪੇਨ ਕਿਉਂ ਹੋ ਰਹੀ ਹੈ। ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਤੁਹਾਡਾ, ਬੜਾ ਇੰਪੋਰਟੈਂਟ ਜਿਹੜਾ ਟੌਪਿਕ ਹੈ ਜਿੱਥੇ ਤੁਸੀਂ ਗੱਲ ਕਰ ਰਹੇ ਹੋ। ਮੰਨ ਲਓ ਕਿ ਤੁਸੀਂ ਪੁੱਠੇ ਲੇਟ ਕੇ ਪੈਰਾਂ ਨੂੰ ਫੜ ਕੇ ਅੱਡੀ ਜਿਹੜੀ ਆ ਉਹ ਆਪਣੇ ਬਟਕਸ 'ਤੇ ਲਗਾ ਰਹੇ ਹੋ, ਅਤੇ ਜੇ ਉਹ ਨਹੀਂ ਲੱਗ ਰਹੀ ਇਹਦਾ ਮਤਲਬ ਹੈ ਤੁਹਾਡੇ ਗੋਡਿਆਂ 'ਚ ਖਰਾਬੀ ਆ ਚੁੱਕੀ ਹੈ, ਕਿਤੇ ਨਾ ਕਿਤੇ ਗੜਬੜ ਹੈ ਤਾਂ ਪੇਨ ਹੋ ਰਹੀ ਹੈ। ਅਦਰਵਾਈਜ਼ ਜਿਹੜਾ ਤੰਦਰੁਸਤ ਗੋਡਾ ਹੈ ਉਹ ਬਿਲਕੁਲ ਤੁਹਾਡਾ ਅੱਡੀ ਜਿਹੜੀ ਆ ਉਹ ਤੁਹਾਡੇ ਬਟਕਸ ਦੇ ਨਾਲ ਲੱਗ ਜਾਏਗੀ। ਇਹ ਬਿਲਕੁਲ ਇਹੀ ਕਹੂੰਗਾ ਜੀ। ਦੇਖੋ, ਗੋਡਾ ਅਗਰ ਪੂਰੀ ਰੇਂਜ 'ਚ ਕੰਮ ਨਹੀਂ ਕਰ ਰਿਹਾ, ਹੁਣੇ ਮੇਰੀ ਉਂਗਲ ਹੈ, ਇਹਦਾ ਕੰਮ ਹੈ ਪੂਰਾ ਮੁੜਨਾ, ਜੇ ਮੁੜ ਨਹੀਂ ਰਹੀ ਤਾਂ ਇਹਦਾ ਮਤਲਬ ਕੁਝ ਅਰਲੀ ਚੇਂਜਸ ਆ ਚੁੱਕੀਆਂ। ਉਹਨੂੰ ਫੋਕਸ ਕਰਨਾ ਹੈ, ਉਹਨੂੰ ਫੜਨਾ ਹੈ ਕਿ ਕਿਉਂ ਨਹੀਂ ਮੁੜ ਰਿਹਾ। ਠੀਕ ਹੈ, ਹੁਣ ਅੱਜ ਕੱਲ੍ਹ ਬੰਦੇ ਗੁਰਦੁਆਰੇ ਜਾਂਦੇ ਨੇ, ਤੁਸੀਂ, ਮੈਂ ਦਰਸ਼ਕਾਂ ਨੂੰ ਕਹੂੰਗਾ ਕਿ ਗੁਰਦੁਆਰੇ ਮੰਦਿਰ ਜਦੋਂ ਆਪਾਂ ਜਾਂਦੇ ਹਾਂ, ਆਪਾਂ ਕੀ ਕਰਦੇ ਹਾਂ, ਪਹਿਲੇ ਤਾਂ ਥੱਲੇ ਬੈਠਣਾ ਅਵੋਇਡ ਕਰਦੇ ਹਾਂ, ਦੇਖਦੇ ਹਾਂ ਕਿ ਕਿੱਥੇ ਕੁਰਸੀ ਮਿਲ ਜੇ, ਜਿਹਦੀ ਨੀ ਰਿਪਲੇਸਮੈਂਟ ਨਹੀਂ ਹੋਈ, ਮੈਂ ਉਹਦੀ ਗੱਲ ਕਰ ਰਿਹਾ। ਆਪਾਂ ਉੱਚੀ ਥਾਂ ਲੱਭਦੇ ਹਾਂ। ਠੀਕ ਹੈ ਜੀ, ਇਹਦਾ ਮਤਲਬ ਚੇਂਜਸ ਆਉਣੀਆਂ ਸ਼ੁਰੂ ਹੋ ਚੁੱਕੀਆਂ, ਆਪਾਂ ਹਲੇ ਵੀ ਇਗਨੋਰ ਕਰ ਰਹੇ ਹਾਂ। ਜੇ ਕੁਰਸੀ ਨਹੀਂ ਮਿਲੀ ਆਪਾਂ ਥੱਲੇ ਬੈਠ ਜਾਂਦੇ ਹਾਂ, ਬੈਠ ਗਏ, ਕਥਾ ਚੱਲ ਰਹੀ ਹੈ, ਕੀਰਤਨ ਚੱਲ ਰਹੀ ਹੈ, ਆਪਾਂ ਨੂੰ 15-20 ਮਿੰਟ ਬੈਠਣਾ ਪੈ ਗਿਆ, ਉਸ ਤੋਂ ਬਾਅਦ ਉਹ ਬੰਦਾ ਉੱਠ ਨਹੀਂ ਪਾ ਰਿਹਾ, ਆਕੜ ਜਾਂਦਾ, ਉਹ ਸਹਾਰਾ ਭਾਲਦਾ, ਉਹ ਕੋਡਾ ਜਿਹਾ ਹੋ ਕੇ ਪਹਿਲੇ ਹੱਥਾਂ ਦੇ ਭਾਰ ਉੱਠੂਗਾ, ਉਹ ਕੋਈ ਰੇਲਿੰਗ ਫੜੂਗਾ ਜਾਂ ਬੰਦੇ ਨੂੰ ਇਹ ਹੱਥ ਦਊਗਾ ਕਿ ਯਾਰ ਮੈਨੂੰ ਫੜ ਕੇ ਖਿੱਚੀ, ਯੈਸ। ਉਦੋਂ ਜਦੋਂ ਉੱਠਦਾ ਉਦੋਂ ਸਾਰਾ ਭਾਰ ਗੋਡੇ 'ਤੇ ਪੈ ਰਿਹਾ ਅਤੇ ਗੋਡਾ ਸਾਥ ਨਹੀਂ ਦੇ ਰਿਹਾ, ਮਸਲ ਪਾਵਰ ਹੈ ਨਹੀਂ। ਇਟ ਮੀਨਸ ਹੁਣ ਉਹ ਜਿਹੜੀ ਸਟੇਜ ਹੈ ਉਹ ਉਹਨੂੰ ਡੈਮੇਜ ਕਰ ਰਹੀ ਹੈ। ਉਹ ਜਦੋਂ ਵੀ ਉੱਠੂਗਾ ਕੁਛ ਨਾ ਕੁਛ ਡੈਮੇਜ ਹੋਏਗਾ ਹਰ ਵਾਰ। ਉਹ ਇਨੀਸ਼ੀਅਲ ਸਟੇਜਸ 'ਤੇ ਆਪਾਂ ਨੂੰ ਪਤਾ ਨਹੀਂ ਲੱਗਦਾ, ਪਰ ਥੋੜ੍ਹੀ ਦੇਰ ਬਾਅਦ ਉਹੀ ਜਿਹੜਾ ਗੋਡਾ ਹੈ ਉਹ ਫਿਰ ਰਿਪਲੇਸਮੈਂਟ ਤੱਕ ਪਹੁੰਚ ਜਾਂਦਾ ਹੈ। ਹੁਣ ਇਹ ਪੁਆਇੰਟ ਨੋਟ ਕਰਨ ਵਾਲਾ ਹੈ ਕਿ ਜੇ ਤੁਹਾਡੇ ਤੋਂ ਥੱਲੇ ਉੱਠਿਆ ਨਹੀਂ ਜਾ ਰਿਹਾ, ਤੁਹਾਡੇ ਤੋਂ ਥੱਲੇ ਬੈਠਿਆ ਨਹੀਂ ਜਾ ਰਿਹਾ ਗੋਡਿਆਂ ਭਾਰ, ਇਟ ਮੀਨਸ ਉਹ ਚੇਂਜਸ, ਅਰਲੀ ਚੇਂਜਸ ਸ਼ੁਰੂ ਹੋ ਗਈਆਂ। ਪੇਨ ਨਹੀਂ ਹੋ ਰਿਹਾ ਹਲੇ, ਪਰ ਅਰਲੀ ਚੇਂਜਸ ਸ਼ੁਰੂ ਹੋ ਗਈਆਂ। ਹੁਣ ਜਿਹੜੇ ਬੰਦੇ ਇੰਗਲਿਸ਼ ਟਾਇਲਟ ਯੂਜ਼ ਕਰ ਰਹੇ ਨੇ, ਯੰਗ ਨੇ, ਥੱਲੇ ਬਹਿ ਸਕਦੇ ਨੇ ਪਰ ਬੈਠ ਨਹੀਂ ਰਹੇ, ਗਲਤ ਕਰ ਰਹੇ ਨੇ। ਕਿਉਂ? ਉਹ ਹੈਬਿਟ ਉੱਦਾਂ ਦੀ ਪੈ ਗਈ। ਹੁਣ ਜੇ ਮੈਂ ਉਹਨਾਂ ਨੂੰ ਕਹਾਂ ਜਿਹੜੇ 6-7 ਸਾਲ ਤੋਂ ਯੰਗ ਨੇ, ਇੰਗਲਿਸ਼ ਟਾਇਲਟ ਯੂਜ਼ ਕਰ ਰਹੇ ਨੇ, ਜੇ ਮੈਂ ਉਹਨਾਂ ਨੂੰ ਕਹਾਂ ਕਿ ਇੰਡੀਅਨ ਟਾਇਲਟ ਯੂਜ਼ ਕਰੋ, ਉਹ ਅਵੋਇਡ ਕਰਨਗੇ, ਔਖਾ ਲੱਗੂਗਾ। ਤੁਹਾਡਾ ਕਹਿਣ ਤੋਂ ਭਾਵ ਇਹ ਹੈ ਕਿ ਹਰ ਘਰ ਦੇ ਵਿੱਚ ਜਿਹੜੀ ਆ ਉਹ ਇੰਡੀਅਨ ਸਟਾਈਲ ਟਾਇਲਟ ਹੋਣੀ ਜ਼ਰੂਰੀ ਹੈ। ਇੰਡੀਅਨ ਸੀਟ ਇਸ ਲਈ ਜ਼ਰੂਰੀ ਹੈ ਕਿ ਤੁਹਾਡੀ ਨੀ ਦੀ ਮੋਬਿਲਿਟੀ ਮੇਨਟੇਨ ਕਰ ਰਹੀ ਹੈ, ਉਹ ਪੂਰਾ ਇੱਕ ਵਾਰ ਗੋਡਾ ਮੁੜ ਰਿਹਾ, ਅਤੇ ਜਿੰਨੀ ਵਾਰ ਤੁਸੀਂ ਥੱਲੋਂ ਉੱਠਦੇ ਹੋ ਤੁਹਾਡੀ ਪੱਟ ਦੀ ਮਸਲ ਸਟਰੋਂਗ ਹੁੰਦੀ ਹੈ। ਔਰ ਜੇ ਤੁਸੀਂ ਬਹਿ ਸਕਦੇ ਹੋ ਤਾਂ ਕਿਉਂ ਨਹੀਂ, ਵਾਈ ਨਾਟ? ਕਿਉਂ ਆਪਾਂ ਇੰਨੀ ਆਰਾਮ ਪ੍ਰਸਤੀ ਵੱਲ ਜਾ ਰਹੇ ਹਾਂ? ਉਹਦਾ ਖਮਿਆਜਾ ਭੁਗਤ ਰਹੇ ਹਾਂ, ਗੋਡੇ ਖਰਾਬ ਹੋ ਰਹੇ ਨੇ। ਸਾਈਕਲ ਤੋਂ ਐਕਟਿਵੇ 'ਤੇ ਆ ਗਏ, ਗੋਡੇ ਖਰਾਬ ਹੋ ਰਹੇ ਨੇ। ਤਾਂ ਹੀ ਕੋਈ ਹੁਣ ਨੀ ਰਿਪਲੇਸਮੈਂਟ ਸਭ ਨੂੰ ਜ਼ਿਆਦਾ ਪੰਜਾਬ ਅਤੇ ਗੁਜਰਾਤ 'ਚ ਹੋ ਰਹੀ ਹੈ। ਕਿਉਂ? ਭਾਰ ਵਧੀ ਜਾ ਰਿਹਾ, ਐਕਟੀਵਿਟੀ ਘਟੀ ਜਾ ਰਹੀ ਹੈ, ਪ੍ਰੋਬਲਮ ਆ ਰਹੀ ਹੈ। ਹੁਣ ਇਹ ਦੱਸੋ ਕਿ ਤੁਸੀਂ ਗੁਰਦੁਆਰਾ ਸਾਹਿਬ ਮੰਦਿਰ ਦੀ ਆਪਾਂ ਉੱਥੋਂ ਹੀ ਲੈ ਲੈਂਦੇ ਹਾਂ ਗੱਲ, ਕਿ ਅਕਸਰ ਜਿੰਨੇ ਵੀ ਸਾਡੇ ਯੰਗ ਲਾ ਲਓ, ਚਾਹੇ ਬਜ਼ੁਰਗ ਲਾ ਲਓ, ਚਾਹੇ ਏਜਡ ਲਾ ਲਓ, ਕੋਈ ਵੀ ਲਾ ਲਓ, ਆਪਾਂ ਉਸ ਇੱਕ ਸ਼ਿਕਾਇਤ ਹੁੰਦੀ ਹੈ ਕਿ ਸਾਡੇ ਕੋਲੋਂ ਚੌਂਕੜੀ ਮਾਰ ਕੇ ਨਹੀਂ ਬੈਠਿਆ ਜਾਂਦਾ, ਅਤੇ ਸਾਨੂੰ ਜਿਹੜਾ ਚੌਂਕੜੀ ਪੌੜੀਆਂ ਨਹੀਂ ਸਾਡੇ ਤੋਂ ਚੜ੍ਹੀਆਂ ਜਾਂਦੀਆਂ। ਇਹ ਦੋ ਪ੍ਰੋਬਲਮ ਜਿਹੜੀ ਹੈ, ਜਾਂ ਸਾਡੇ ਤੋਂ ਬਾਈਕ ਦੀ ਜਾਂ ਸਕੂਟਰ ਦੀ ਕਿੱਕ ਨਹੀਂ ਮਾਰੀ ਜਾਂਦੀ। ਇਹ ਪ੍ਰੋਬਲਮ ਜਿਹੜੀਆਂ ਨੇ ਅਕਸਰ ਹੁੰਦੀਆਂ ਨੇ। ਇਹ ਬੋਡੀ ਦੇ ਅੰਦਰ ਕਿੱਥੇ ਖਰਾਬੀ ਆ ਗਈ ਹੁੰਦੀ ਹੈ ਜਿਹੜੀ ਇਹ ਕਾਰਨ ਜਿਹੜੇ ਇਹ ਬਣ ਚੁੱਕੇ? ਦੇਖੋ, ਨੀ ਰਿਪਲੇਸਮੈਂਟ ਆਪਾਂ ਰੋਕ ਸਕਦੇ ਹਾਂ। ਦ ਥਿੰਗ ਇਜ਼ ਦੈਟ ਕਿ ਆਪਾਂ ਉਹਨੂੰ ਅਰਲੀ ਸਟੇਜ 'ਚ ਫੜ ਲਈਏ, ਸ਼ੁਰੂਆਤੀ ਤੌਰ 'ਤੇ ਫੜ ਲਈਏ। ਠੀਕ ਹੈ ਜੀ, ਸ਼ੁਰੂਆਤੀ ਤੌਰ 'ਤੇ ਕਿਵੇਂ ਫੜਾਂਗੇ? ਤੁਹਾਡੀ ਫਿਜ਼ੀਕਲ ਐਕਟੀਵਿਟੀ ਜਿਹੜੀ ਹੈਂਪਰ ਹੋ ਰਹੀ ਹੈ, ਜਿਵੇਂ ਤੁਸੀਂ ਗੱਲ ਕੀਤੀ ਕਿ ਕਿੱਕ ਮਾਰਦਿਆਂ ਤਾਂ ਦਰਦ ਆ ਜਾਂਦੀ ਹੈ, ਇਹਦਾ ਮਤਲਬ ਫਾਲਟ ਹੈਗਾ। ਕਿੱਕ ਮਾਰਨੀ ਕੋਈ ਵੱਡਾ ਕੰਮ ਨਹੀਂ ਹੈ, ਪਰ ਤੁਹਾਡੇ ਤੋਂ ਕਿੱਕ ਮਾਰੀ ਨਹੀਂ ਜਾ ਰਹੀ। ਜਦੋਂ ਕਿੱਕ ਮਾਰਦੇ ਹੋ ਗੋਡਾ ਦੁਖਦਾ, ਸੋਜਾ ਆ ਜਾਂਦਾ, ਤੁਸੀਂ ਗੋਲੀ ਖਾਂਦੇ ਹੋ ਹਾਜਮੋਲੇ ਵਾਂਗ। ਠੀਕ ਹੈ ਜੀ, ਚਲੋ ਮੈਂ ਇਹ ਨਹੀਂ ਕਹਿੰਦਾ ਕਿ ਗੋਲੀ ਨਹੀਂ ਖਾਣੀ ਚਾਹੀਦੀ, ਗੋਲੀ ਖਾਓ, ਇਨਫਲੇਮੇਸ਼ਨ ਘਟਾਓ, ਪਰ ਉਹਦੀ ਹੈਬਿਟ ਨਾ ਬਣਾਓ ਕਿ ਹਰ ਵਾਰ ਜਦੋਂ ਮੈਂ ਕਿੱਕ ਮਾਰਾਂ ਅਤੇ ਉਸ ਤੋਂ ਬਾਅਦ ਪੇਨ ਕਿਲਰ ਖਾ ਲਾ। ਉਹ ਗਲਤ ਹੈ। ਦਰਦ ਤੁਹਾਡਾ ਦੋਸਤ ਹੈ। ਜੇ ਸਰੀਰ 'ਚ ਕਿਤੇ ਦਰਦ ਹੋ ਰਿਹਾ, ਉਹਨੂੰ ਇਕੱਲਾ ਸਪਰੈਸ ਨਹੀਂ ਕਰਨਾ, ਉਹਨੂੰ ਫੜੋ, ਉਹਦਾ ਰੂਟ ਕਾਜ਼ ਫੜੋ ਕਿ ਇਹ ਹੋਇਆ ਕਿਉਂ। ਉਹ ਦੱਸ ਰਿਹਾ, ਯੈਸ, ਉਹ ਦੱਸ ਰਿਹਾ। ਸੋ ਬੁਖਾਰ ਅਤੇ ਦਰਦ ਤੁਹਾਡੇ ਸਰੀਰ ਦੀ ਆਵਾਜ਼ ਹੈ ਕਿ ਇਹਨੂੰ ਲੱਭੋ ਕਿ ਕਿਉਂ ਚੜਿਆ। ਇਹਨੂੰ ਇਕੱਲਾ
ਪੈਰਾਸੀਟਾਮੋਲ ਖਾ ਕੇ ਜਾਂ ਸਿੰਪਲ ਕੋਈ ਗੋਲੀ ਖਾ ਕੇ ਐਂਟੀ ਇਨਫਲੈਮੇਟਰੀ ਨੂੰ ਦਬਾਓ ਨਾ। ਉਹ ਬਾਰ-ਬਾਰ ਅਗਰ ਹੋ ਰਿਹਾ ਹੈ, ਇਟ ਮੀਨਸ ਸਮਥਿੰਗ ਗੋਇੰਗ ਰੋਂਗ, ਕੁਛ ਗੜਬੜ ਹੈ। ਬਿਲਕੁਲ ਬਿਲकुल ਬਿਲकुल। ਅਗਰ ਜੁਆਇੰਟ ਰਿਲੇਟਡ ਕੋਈ ਪ੍ਰੋਬਲਮ ਹੈ, ਯੂ ਮਸਟ ਫੋਲੋ ਫਿਜ਼ੀਓਥੈਰੇਪਿਸਟ, ਠੀਕ ਹੈ ਨਾ ਜੀ। ਸੋ ਗੱਲ ਸਿਰਫ ਇੰਨੀ ਨਹੀਂ ਹੈ। ਹੁਣ ਤੁਸੀਂ ਕਹਿ ਰਹੇ ਹੋ ਪੌੜੀ ਚੜ੍ਹੇ 'ਤੇ ਦਰਦ ਹੈ। ਜਦੋਂ ਬੰਦਾ ਜਦੋਂ ਪੌੜੀ ਚੜ੍ਹਦਾ ਹੈ, ਮੰਨ ਲਓ ਤੁਸੀਂ ਇੱਕ ਸਟੈਪ ਉੱਪਰ ਰੱਖਿਆ, ਉਹ ਸਾਰਾ ਭਾਰ ਤੁਹਾਡੀ ਇੱਕ ਲੱਤ 'ਤੇ ਆ ਗਿਆ, ਅਤੇ ਤੁਹਾਡਾ ਭਾਰ ਮੰਨ ਲਓ 60 ਕਿਲੋ ਹੈ। ਇਹਦਾ ਮਤਲਬ ਉਹ ਤੁਹਾਡਾ ਗੋਡਾ 60 ਕਿਲੋ ਬੀਅਰ ਨਹੀਂ ਕਰ ਰਿਹਾ। ਇੱਕ ਲੱਤ ਨੇ 60 ਕਿਲੋ ਚੱਕਿਆ, ਦੂਜੀ ਲੱਤ ਫਰੀ ਹੈ, ਉਹਨੇ ਫਿਰ ਉੱਪਰ ਜਾਣਾ, ਠੀਕ ਹੈ, ਫਿਰ ਉਦੋਂ 60 ਕਿਲੋ ਚੱਕੂਗੀ। ਸੋ ਆਲਟਰਨੇਟਲੀ ਉਹ 60 ਕਿਲੋ ਚੱਲ ਰਿਹਾ ਜੇ ਤੁਹਾਡਾ ਭਾਰ 60 ਕਿਲੋ ਹੈ। ਜੇ 100 ਕਿਲੋ ਹੈ ਤਾਂ 100 ਕਿਲੋ ਚੱਕ ਰਹੀ ਹੈ, ਠੀਕ ਹੈ। ਹੁਣ ਜਦੋਂ ਕਿਸੇ ਦਾ ਗੋਡੇ ਦੀ ਅਲਾਈਨਮੈਂਟ ਵਿਗੜ ਜਾਂਦੀ ਹੈ, ਅਸੀਂ ਪਹਿਲੀ ਪ੍ਰੀਕਾਸ਼ਨ ਇਹੀ ਦੱਸਦੇ ਹਾਂ ਕਿ ਤੁਸੀਂ ਥੱਲੇ ਚੌਕੜੀ ਨਾ ਮਾਰੋ, ਪੌੜੀ ਨਾ ਚੜ੍ਹੋ। ਕਿਉਂ? ਕਿਉਂਕਿ ਸਾਰਾ ਭਾਰ ਇੱਕ ਲੱਤ 'ਤੇ ਆ ਜਾਂਦਾ ਹੈ ਅਤੇ ਉਹ ਵੀਅਰ ਐਂਡ ਟੀਅਰ ਫਾਸਟ ਹੋ ਜਾਂਦੀ ਹੈ, ਗੋਡਾ ਰਗੜ ਖਾ ਜਾਂਦਾ ਅਤੇ ਜਦੋਂ ਰਗੜ ਖਾਂਦਾ ਫਿਰ ਕਾਰਟਿਲੇਜ ਤਾਂ ਜਾਂਦਾ ਹੀ ਜਾਂਦਾ। ਉਸ ਤੋਂ ਬਾਅਦ ਇੱਕ ਆਹ ਲੇਅਰ ਹੈ, ਆਹ ਨੀਲੀ ਜੀ ਲੇਅਰ ਹੈ, ਇਹਨੂੰ ਮਨਿਸਕਸ ਕਹਿੰਦੇ ਨੇ। ਇਹ ਵੀ ਇੱਕ ਲੇਅਰ ਹੈ ਵਿੱਚ ਜੀ, ਜਿਹੜੀ ਸ਼ੌਕਰ ਦਾ ਕੰਮ ਕਰਦੀ ਹੈ, ਠੀਕ ਹੈ। ਇਹ ਫਟਣੀ ਸ਼ੁਰੂ ਹੋ ਜਾਂਦੀ ਹੈ। ਅਗਰ ਮੈਂ ਕੈਮਰੇ 'ਚ ਦਿਖਾਵਾਂ ਤਾਂ ਆਹ ਦੇਖੋ, ਆਹ ਵਿੱਚੋਂ ਫਟੀ ਹੋਈ ਹੈ, ਠੀਕ ਹੈ। ਸੋ ਜੇ ਇਹ ਫਟ ਜੇ ਫਿਰ ਤੁਹਾਨੂੰ ਅਗੇਨ ਆਰਥੋਪੈਡਿਸ਼ਨ ਕੋਲ ਜਾਣਾ ਪੈਣਾ, ਆਪਰੇਸ਼ਨ ਕਰਾਉਣਾ ਪੈਣਾ। ਸੋ ਆਪਾਂ ਇਹ ਜਿਹੜਾ ਵੀਅਰ ਐਂਡ ਟੀਅਰ ਹੋ ਰਿਹਾ, ਇਹਨੂੰ ਰੋਕਣਾ ਹੈ, ਇਹ ਅਰਲੀ ਸਟੇਜ 'ਤੇ ਰੋਕਣਾ ਹੈ। ਹੁਣ ਇਹਦੀਆਂ ਆਪਣੇ ਕੋਲ 5 ਸਟੇਜਿਸ ਨੇ। 0 ਸਟੇਜ ਇਹ ਹੈ ਕਿ ਕੋਈ ਚੇਂਜ ਨਹੀਂ ਆਈ ਹਲੇ, ਕੋਈ ਸਿੰਪਟਮਸ ਨਹੀਂ ਹੈ, ਠੀਕ ਹੈ। ਪਹਿਲੀ ਸਟੇਜ ਇਹ ਹੈ ਕਿ ਡਾਊਟਫੁਲ ਹੈ ਕਿ ਤੁਹਾਡੀ ਜਿਹੜੀ ਹੱਡੀ ਦੇ ਕਿਨਾਰੇ ਆ ਉਹ ਵੱਧ ਗਏ, ਇਹ ਵਾਲੇ ਇਹ ਵੱਧ ਜਾਂਦੇ ਨੇ। ਜਦ ਜੁਆਇੰਟ ਦੀ ਸਟੇਬਿਲਿਟੀ ਹੈਂਪਰ ਹੁੰਦੀ ਹੈ ਤਾਂ ਬੋਨ ਆਪਣੇ ਆਪ ਨੂੰ ਗਰੋ ਕਰਦੀ ਹੈ ਸਟੇਬਿਲਿਟੀ ਲਿਆਉਣ ਵਾਸਤੇ। ਦੂਜੀ ਸਟੇਜ ਇਹ ਹੈ ਮਿਨੀਮਮ ਆਸਟੀਓਫਾਈਟਸ ਬਣ ਜਾਂਦੇ ਨੇ। ਤੀਜੀ ਸਟੇਜ ਇਹ ਹੈ ਆਸਟੀਓਫਾਈਟਸ ਤਾਂ ਬਣ ਜਾਂਦੇ ਨੇ, ਨਾਲ ਤੁਹਾਡੀ ਆ ਜਿਹੜੀ ਜੁਆਇੰਟ ਸਪੇਸ ਹੈ, ਜਿਹਨੂੰ ਕਹਿੰਦੇ ਕਿ ਸਪੇਸ ਘਟ ਗਈ ਜੀ, ਹੈ ਨਾ, ਉਹ ਜਿਹੜੀ ਤੁਹਾਡੀ ਜੁਆਇੰਟ ਸਪੇਸ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਉਹ ਵਜਨ ਵਧਣ ਕਰਕੇ ਹੋ ਜਾਂਦੀ ਹੈ, ਠੀਕ ਹੈ। ਫਿਰ ਅੱਗੇ ਚੌਥੀ ਸਟੇਜ ਇਹ ਆ ਗਈ ਕਿ ਇਹ ਬਿਲਕੁਲ ਨਾਲ ਲੱਗ ਗਿਆ, ਫਟਣੇ ਸ਼ੁਰੂ ਹੋ ਗਏ, ਵੀਅਰ ਐਂਡ ਟੀਅਰ ਹੋ ਗਈ। ਹਾਂ, ਉਹ ਜਿਹੜੀ ਤੀਜੀ ਚੌਥੀ ਸਟੇਜ ਹੈ ਉੱਥੋਂ ਫਿਰ ਵਾਪਸ ਮੁੜਨਾ ਔਖਾ ਹੋ ਜਾਂਦਾ ਹੈ। ਮੈਂ ਇਹੀ ਗੱਲ ਕਰਨ ਲੱਗਾ ਸੀ ਵੀ ਤੁਸੀਂ 5 ਸਟੇਜਾਂ ਗਿਣਾਈਆਂ ਨੇ, 5 ਦੇ ਵਿੱਚੋਂ ਕਿਹੜੀ ਸਟੇਜ ਤੱਕ ਜਿਹੜਾ ਹੈਗਾ ਬੰਦੇ ਦੇ ਗੋਡੇ ਠੀਕ ਕੀਤੇ ਜਾ ਸਕਦੇ ਨੇ ਜੇ ਤੁਹਾਡੇ ਕੋਲ ਆ ਜਾਣ, ਅਤੇ ਕਿਹੜੀ ਸਟੇਜ 'ਤੇ ਆ ਕੇ ਤੁਸੀਂ ਵੀ ਹੱਥ ਖੜੇ ਕਰ ਦੇਣਾ ਵੀ ਹੁਣ ਸਾਡੇ ਵਾਸਤੇ ਕੰਮ ਨਹੀਂ, ਹੁਣ ਜਾਓ ਆਪਰੇਸ਼ਨ ਕਰਾਓ ਅਤੇ ਆਪਣਾ ਗੋਡਾ ਬਦਲਾਓ। ਦੇਖੋ ਜੀ, ਜਿਹੜੀ 0 ਸਟੇਜ ਹੈ ਉਹਦੇ 'ਚ ਨਾ ਪੇਸ਼ੈਂਟ ਪੇਨ ਨਹੀਂ ਕਰੂਗਾ, ਪੇਨ ਕੰਪਲੇਂਟ ਨਹੀਂ ਕਰੂਗਾ। ਪਤਾ ਕਿਵੇਂ ਲੱਗੇ 0 ਸਟੇਜ ਹੈ? ਉਹਦੇ 'ਚੋਂ ਕਹੂਗਾ ਮੈਂ ਤਾਂ ਥੱਲੇ ਨਹੀਂ ਬੈਠਿਆ ਜਾ ਰਿਹਾ, ਮੈਂ ਥੱਲੇ ਬੈਠਣ 'ਚ ਇਹ ਨਹੀਂ ਕਹੂਗਾ ਕਿ ਤਕਲੀਫ ਹੈ, ਮੇਰੇ ਤੋਂ ਬੈਠਿਆ ਨਹੀਂ ਜਾਂਦਾ ਜੀ। ਉਹਦੀਆਂ ਮਾਸਪੇਸ਼ੀਆਂ ਜਾਂ ਤਾਂ ਕਮਜ਼ੋਰ ਹੋ ਗਈਆਂ ਅਤੇ ਜਾਂ ਟਾਈਟ ਹੋ ਗਈਆਂ। ਪੈਰਾਂ ਭਾਰ ਨਹੀਂ ਬੈਠ ਪਾਊਗਾ, ਠੀਕ ਹੈ। ਜਦੋਂ ਇਹ ਚੀਜ਼ ਉਹ ਇਗਨੋਰ ਕਰੂਗਾ, ਪਹਿਲੀ ਗੱਲ ਤਾਂ ਹੁਣ ਇਹ ਗੱਲ ਇਹ ਹੈ ਕਿ ਆਪਾਂ ਪੈਰਾਂ ਭਾਰ ਬੈਠਦੇ ਕਦੋਂ ਆ, ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ। ਪੈਰਾਂ ਭਾਰ ਬੈਠਦੇ ਹੀ ਨਹੀਂ। ਆਪਾਂ ਕਦੋਂ ਬੈਠਦੇ ਹਾਂ? ਜਾਂ ਤਾਂ ਇੰਡੀਅਨ ਟੋਇਲਟ ਜਾਈਏ, ਜਾਂ ਆਪਾਂ ਕਿਸੇ ਗੁਰਦੁਆਰੇ ਮੰਦਿਰ ਜਾਈਏ, ਠੀਕ ਹੈ, ਜਾਂ ਪਹਿਲੇ ਆਪਾਂ ਰੋਟੀ ਥੱਲੇ ਬਹਿ ਕੇ ਖਾਂਦੇ ਸੀਗੇ, ਠੀਕ ਹੈ। ਹੁਣ ਇੱਕ ਕਿੱਸਾ ਯਾਦ ਆ ਗਿਆ। ਮੇਰਾ ਇੱਕ ਦੋਸਤ ਆਇਆ ਸੀ ਬਾਹਰੋਂ, ਫਿਜ਼ੀਓਥੈਰੇਪਿਸਟ ਸੀ ਉਹ ਵੀ। ਅਸੀਂ ਜਦੋਂ NIS ਪਟਿਆਲੇ ਕੰਮ ਕਰਦੇ ਸੀਗੇ, ਉਹ ਇੰਗਲੈਂਡ ਦਾ ਸੀਗਾ, ਉਹਨੂੰ ਮੈਂ ਪਟਿਆਲਾ ਘੁਮਾਇਆ ਅਤੇ ਮੈਂ ਉਹਨੂੰ ਸ਼੍ਰੀ ਗੁਰੂ ਗੁਰਦੁਆਰਾ ਦੁਖਨਿਵਾਰਨ ਸਾਹਿਬ ਲੈ ਗਿਆ ਜੀ। ਉੱਥੇ ਉਹਨੂੰ ਦਿਖਾਇਆ ਕਿ ਇੱਥੇ ਲੰਗਰ ਚੱਲਦਾ ਅਤੇ ਪੂਰਾ ਕਲਚਰ ਦਿਖਾਇਆ ਆਪਣਾ। ਅਤੇ ਜਦੋਂ ਲੰਗਰ ਛਕਾਉਣ ਲੈ ਗਏ, ਉਹ ਯੰਗ ਮੁੰਡਾ ਸੀਗਾ ਅਤੇ ਉਹ ਥੱਲੇ ਨਹੀਂ ਬਹਿ ਸਕਿਆ। ਪਹਿਲੀ ਵਾਰ ਮੈਂ ਉਦੋਂ ਸਟਰਾਈਕ ਕੀਤਾ, ਮੇਰੇ 2010 ਦੀ ਗੱਲ ਹੈ, ਕਾਮਨਵੈਲਥ ਗੇਮਸ ਦੀ, ਕਿ ਯਾਰ ਇਹ ਯੰਗ ਮੁੰਡਾ ਹੈ ਅਤੇ ਇਹ ਥੱਲੇ ਕਿਉਂ ਨਹੀਂ ਬੈਠ ਪਾ ਰਿਹਾ, ਇਹਨੂੰ ਕੀ ਪ੍ਰੋਬਲਮ ਆ ਗਈ। ਅਤੇ ਉਹ ਬੜਾ ਔਖਾ ਉਹਨੇ ਥੱਲੇ ਬਹਿ ਕੇ ਲੰਗਰ ਛਕਿਆ। ਅਤੇ ਫਿਰ ਮੈਂ ਉਹਨੂੰ ਪੁੱਛਿਆ ਕਿ ਯਾਰ ਤੈਨੂੰ ਬੈਠਣ 'ਚ ਪ੍ਰੋਬਲਮ ਕਿਉਂ ਆਈ ਹੈ? ਕਹਿੰਦਾ ਮੈਂ ਕਦੀ ਥੱਲੇ ਬੈਠਿਆ ਹੀ ਨਹੀਂ। ਕਹਿੰਦਾ ਅਸੀਂ ਚਰਚ ਜਾਈਦਾ, ਨੀਲ ਡਾਊਨ ਕਰੀਦਾ, ਗੋਡਿਆਂ ਭਾਰ ਬੈਠਦੇ ਹਾਂ ਪ੍ਰੇ ਕਰਨ ਵਾਸਤੇ। ਰੋਟੀ ਅਸੀਂ ਡਾਈਨਿੰਗ ਟੇਬਲ 'ਤੇ ਖਾਈ ਦੀ ਹੈ, ਟਾਇਲਟ ਅਸੀਂ ਇੰਗਲਿਸ਼ ਸੀਟ 'ਤੇ ਜਾਈਦਾ, ਸਾਨੂੰ ਕਦੀ ਚੌਕੜੀ ਮਾਰ ਕੇ ਬੈਠਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਨਾ ਅਸੀਂ ਕਦੀ ਬੈਠੇ ਹਾਂ। ਹੁਣ ਉਹ ਯੰਗ ਬੰਦਾ ਜਿਹੜਾ ਥੱਲੇ ਨਹੀਂ ਬਹਿ ਸਕਿਆ, ਉਹਦੀਆਂ ਮਸਲ ਟਾਈਟ ਸੀਗੀਆਂ, ਉਹ ਮਸਲ ਖੋਲਾਂਗੇ ਉਹ ਬਹਿ ਜਾਊਗਾ, ਠੀਕ ਹੈ। ਹੁਣ ਗੱਲ ਇੱਥੇ ਆਉਂਦੀ ਹੈ ਕਿ ਜੇ ਕੋਈ ਬੰਦਾ ਥੱਲੇ ਨਹੀਂ ਬਹਿ ਪਾ ਰਿਹਾ ਪੈਰਾਂ ਭਾਰ,
ਤੇ ਉਹਦੀ ਮਸਲ ਟਾਈਟ ਹੈ, ਮਸਲ ਟਾਈਟ ਹੈ ਤੇ ਜੁਆਇੰਟ ਤੇ ਸਟ੍ਰੈਸ ਪੈ ਰਿਹਾ, ਜੁਆਇੰਟ ਤੇ ਸਟ੍ਰੈਸ ਪੈ ਰਿਹਾ ਤੇ ਵੀਰ ਐਂਡ ਟੀਅਰ ਫਾਸਟ ਹੋ ਰਹੀ ਹੈ। ਸੋ ਐਕਸਰਸਾਈਜ਼ 'ਚ ਅਸੀਂ ਹਮੇਸ਼ਾ 4 ਚੀਜ਼ਾਂ ਫੋਕਸ ਕਰਦੇ ਹਾਂ ਜੀ, ਸਟਰੈਂਥ, ਫਲੈਕਸੀਬਿਲਿਟੀ, ਬੈਲੈਂਸ ਐਂਡ ਐਂਡਿਓਰੈਂਸ। ਬਿਲਕੁਲ। ਸਟਰੈਂਥ ਹੋ ਗਿਆ ਜ਼ੋਰ, ਤੁਸੀਂ ਥੱਲੋਂ ਉੱਠ ਪਾ ਰਹੇ ਹੋ, ਤੁਹਾਡੇ 'ਚ ਇੰਨਾ ਜ਼ੋਰ ਹੈਗਾ। ਇੱਕ ਫਲੈਕਸੀਬਿਲਿਟੀ, ਕੀ ਤੁਸੀਂ ਆਪਣੀ, ਜਿਵੇਂ ਮੈਂ ਗੱਲ ਕੀਤੀ ਕਿ ਅੱਡੀ ਤੁਹਾਡੀ ਬਟਕਸ ਨੂੰ ਲੱਗ ਰਹੀ ਹੈ, ਦੈਟ ਇਜ਼ ਅ ਫਲੈਕਸੀਬਿਲਿਟੀ। ਐਂਡਿਓਰੈਂਸ, ਕੀ ਤੁਸੀਂ ਸੈਰ 10 ਕਿਲੋਮੀਟਰ 5 ਕਿਲੋਮੀਟਰ ਕਰ ਪਾ ਰਹੇ ਹੋ, ਤੁਹਾਡੀ ਕਪੈਸਿਟੀ ਹੈਗੀ ਹੈ, ਤੁਹਾਡੇ ਫੇਫੜੇ ਕੰਮ ਕਰ ਰਹੇ ਹੈ, ਤੁਹਾਡੀ ਸ਼ਮਤਾ ਹੈਗੀ ਹੈ, ਦੈਟ ਇਜ਼ ਐਂਡਿਓਰੈਂਸ। ਬੈਲੈਂਸ, ਕਿ ਤੁਸੀਂ, ਜੇ ਮੈਂ ਤੁਹਾਨੂੰ ਕਹਾਂ ਕਿ ਇੱਕ ਲੱਤ 'ਤੇ 1 ਮਿੰਟ ਖੜ੍ਹੇ ਹੋ ਜਾਓ, ਕਿ ਆਪਣੇ ਆਪ ਨੂੰ ਬੈਲੈਂਸ ਕਰ ਪਾ ਰਹੇ ਹੋ। ਹੁਣ ਇੱਥੇ ਇੱਕ ਹੋਰ ਇੰਪੋਰਟੈਂਟ ਪੁਆਇੰਟ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜਾ ਬੰਦਾ ਇੱਕ ਲੱਤ 'ਤੇ ਨਹੀਂ ਖੜ੍ਹਾ ਹੋ ਪਾਉਂਦਾ, ਉਹਦੇ ਗਿਰਨ ਦੇ ਚਾਂਸਿਸ ਬਹੁਤ ਨੇ, ਤਾਂ ਹੀ ਅੱਜ ਕੱਲ੍ਹ ਚੂਲੇ ਟੁੱਟਦੇ ਨੇ। ਆਪਾਂ ਕਹਿ ਦਿੰਦੇ ਪਰਖਣਾ ਹੋਵੇ ਤਾਂ ਕਿੰਨੀ ਦੇਰ ਇੱਕ ਤੰਦਰੁਸਤ ਬੰਦਾ ਇੱਕ ਲੱਤ 'ਤੇ ਖੜ ਸਕਦਾ ਹੁੰਦਾ? ਮਿਨੀਮਮ 1 ਮਿੰਟ ਖੜ੍ਹਾ ਹੋ ਜਾਏ ਇੱਕ ਲੱਤ 'ਤੇ। ਹਾਂ, ਕੀ ਉਹ ਖੜ੍ਹਾ ਹੋ ਪਾ ਰਿਹਾ, ਕੀ ਉਹ ਬੈਲੈਂਸ ਕਰ ਪਾ ਰਿਹਾ? ਤਾਂ ਹੀ ਬਜ਼ੁਰਗ ਬੰਦੇ ਗਿਰਦੇ ਨੇ, ਮਾੜੀ ਠੋਡਾ ਲੱਗਿਆ ਗਿਰ ਗਏ, ਫ੍ਰੈਕਚਰ ਹੋ ਗਿਆ, ਚੂਲਾ ਟੁੱਟ ਗਿਆ। ਸੋ ਅਗਰ ਗਿਰਨ ਤੋਂ ਬਚਾਉਣਾ ਹੈ ਤਾਂ ਬੈਲੈਂਸ ਜ਼ਰੂਰੀ ਹੈ। ਠੀਕ ਹੈ। ਹੁਣ ਗੱਲ ਇਹ ਹੈ, ਬੱਚੇ ਦਾ ਬੈਲੈਂਸ ਨਹੀਂ ਹੁੰਦਾ ਜਦੋਂ ਤੁਰਨਾ ਸਿੱਖਦਾ ਹੈ, ਕਿੰਨੀ ਵਾਰ ਗਿਰਦਾ ਹੈ, ਪਰ ਉਹਦੀਆਂ ਹੱਡੀਆਂ ਰਬੜ ਵਰਗੀਆਂ ਨੇ। ਬਜ਼ੁਰਗਾਂ 'ਚੋਂ ਬ੍ਰਿਟਲ ਹੋ ਜਾਂਦੀਆਂ, ਕੈਲਸ਼ੀਅਮ ਹੁੰਦਾ ਨਹੀਂ ਹੈ, ਉਹ ਕੰਚ ਵਾਂਗ ਹੁੰਦੀਆਂ, ਟੁੱਟ ਜਾਂਦੀਆਂ ਨੇ। ਠੀਕ ਹੈ। ਸੋ ਜਦੋਂ ਵੀ ਆਪਾਂ ਐਕਸਰਸਾਈਜ਼ 'ਤੇ ਫੋਕਸ ਕਰਦੇ ਹਾਂ, ਆਪਾਂ ਬੈਲੈਂਸ, ਐਂਡਿਓਰੈਂਸ, ਸਟਰੈਂਥ ਐਂਡ ਫਲੈਕਸੀਬਿਲਿਟੀ। ਹੁਣ ਜਦੋਂ ਫਲੈਕਸੀਬਿਲਿਟੀ ਅਤੇ ਸਟਰੈਂਥ ਘਟਦੀ ਹੈ, ਬਾਡੀ ਦੀ ਵੀਰ ਐਂਡ ਟੀਅਰ ਵੱਧ ਜਾਂਦੀ ਹੈ, ਕਿਉਂਕਿ ਉਹ ਸਟ੍ਰੈਸ ਪੈ ਰਿਹਾ ਜੁਆਇੰਟਸ 'ਤੇ। ਉਹਦਾ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਗੋਡਾ, ਜਿਹਨੂੰ ਕਿ ਆਪਾਂ ਆਸਟੀਓਆਰਥਰਾਈਟਿਸ, ਜਿਹੜੀ ਬੜੀ ਕਾਮਨ ਪ੍ਰੋਬਲਮ ਹੈ। ਅੱਛਾ, ਪੇਸ਼ੈਂਟ ਕੀ ਗਲਤੀ ਕਰਦਾ ਹੈ? ਅਰਲੀ ਚੀਜ਼ਾਂ ਹੁਣ ਉਹਨੂੰ ਪਤਾ ਲੱਗ ਗਈਆਂ, ਉਹਨੂੰ ਪਤਾ ਨਹੀਂ ਹੁੰਦੀਆਂ। ਠੀਕ ਹੈ। ਪੇਨ ਹੁੰਦਾ, ਪੇਨ ਸਟੇਜ 'ਤੇ ਆ ਗਿਆ, ਪੇਨ ਸਟੇਜ 'ਤੇ ਉਹ ਕੀ ਬਲੰਡਰ ਮਾਰਦਾ, ਉਹਨੂੰ ਪਤਾ ਹੈ ਕਿ ਅੱਜ ਨਾ ਮੈਂ ਸਵੇਰੇ ਜਾਣਾ ਅਤੇ ਮੈਨੂੰ ਤੁਰਨਾ ਪਊਗਾ, ਉਹ ਸਵੇਰੇ ਹੀ ਨਾਸ਼ਤੇ 'ਚ ਪੇਨ ਕਿਲਰ ਖਾ ਲੈਂਦਾ। ਉਹਦੇ ਨਾਲ ਕੀ ਨੁਕਸਾਨ ਹੁੰਦਾ? ਪੇਨ ਕਿਲਰ ਖਾ ਲਿਆ, ਦਰਦ ਦੱਬ ਗਿਆ, ਦਰਦ ਦੱਬ ਗਿਆ, ਗੋਡੇ ਨੂੰ ਚੰਗਾ ਰਗੜਾ ਲੱਗ ਗਿਆ, ਰਾਤੀ ਸੌਣ ਲੱਗੇ ਫਿਰ ਦਰਦ ਹੋਊਗਾ, ਕਿਉਂਕਿ ਪਹਿਲੇ ਤਾਂ ਗੋਲੀ ਖਾ ਲਈ, ਰਾਤੀ ਸੁੱਜ ਗਏ, ਫਿਰ ਗੋਲੀ ਖਾ ਲੂਗਾ। ਇੱਕ ਵਾਰ ਤਾਂ ਆਰਥੋਪੈਡਿਸ਼ਨ ਨੂੰ ਮਿਲ ਲੂਗਾ, ਫਿਰ ਆਪੇ ਉਹ ਪੱਤਾ ਜੇਬ 'ਚ ਹੀ ਰੱਖੂਗਾ। ਉਹ ਹੈਬਿਟ ਬਣਾ ਲੈਂਦਾ ਜਦ ਪੇਨ ਕਿਲਰ ਖਾਣ ਦੀ, ਫਿਰ ਡਾਕਟਰ ਕੋਲ ਜਾਂਦਾ, ਫਿਰ ਉਹ ਡਾਕਟਰ ਸਾਹਿਬ ਹੋਰ ਸਟਰੋਂਗ ਪੇਨ ਕਿਲਰ ਦੇ ਦਿੰਦੇ ਆ। ਸੋ ਦੇਖੋ, ਇਹ ਜਿਹੜਾ ਸਰੀਰ ਹੈ ਨਾ, ਇੱਕ ਬ੍ਰਹਮਾਂਡ ਹੈ, ਇਹਨੂੰ ਮੇਨਟੇਨ ਕਰਨ ਵਾਸਤੇ ਕਦੀ ਕੋਈ ਇੱਕ ਡਾਕਟਰ ਨਹੀਂ ਕੁਝ ਕਰ ਸਕਦਾ। ਇਟਸ ਏ ਟੀਮ ਵਰਕ। ਜਿੰਨੇ ਵੱਡੇ ਵੱਡੇ ਇੰਸਟੀਚਿਊਟ ਨੇ, ਉੱਥੇ ਹਰ ਅਲੱਗ-ਅਲੱਗ ਡਿਪਾਰਟਮੈਂਟ ਹੈ। ਅੱਜ ਕੱਲ੍ਹ ਸਪੈਸ਼ਲਾਈਜੇਸ਼ਨ ਦਾ ਜ਼ਮਾਨਾ ਹੈ, ਹਰ ਚੀਜ਼ ਦੀ ਮਾਈਨਿਊਟਲੀ ਡਿਟੇਲ ਸਟੱਡੀ ਕੀਤੀ ਜਾਂਦੀ ਹੈ, ਔਰ ਉਹ ਇੱਕ ਸਪੈਸ਼ਲਾਈਜ਼ ਬੰਦਾ ਹੀ ਕਰ ਸਕਦਾ ਹੈ। ਆਰਥੋਪੈਡਿਕ ਸਰਜਨ ਬਹੁਤ ਅੱਛੀ ਸਰਜਰੀ ਕਰ ਰਹੇ ਹੈ, ਅਸੀਂ ਨਹੀਂ ਕਰ ਸਕਦੇ, ਦੋ ਵੀ ਨੋ ਕਿ ਇਹ ਸਰਜਰੀ ਕਿਵੇਂ ਹੁੰਦੀ ਹੈ, ਪਰ ਸਾਡੀ ਟ੍ਰੇਨਿੰਗ ਉੱਦਾਂ ਦੀ ਨਹੀਂ ਹੈ। ਫਿਜ਼ੀਓਥੈਰੇਪਿਸਟ ਦੀ ਟ੍ਰੇਨਿੰਗ ਐਕਸਰਸਾਈਜ਼ ਦੇ ਉੱਤੇ ਹੈ, ਪ੍ਰੀਕਾਸ਼ਨਸ ਦੇ ਉੱਤੇ ਹੈ, ਪ੍ਰੀਵੈਂਸ਼ਨਸ ਦੇ ਉੱਤੇ ਹੈ। ਠੀਕ ਹੈ। ਬਾਇਓਮਕੈਨਿਕਸ ਹੈ, ਜੁਆਇੰਟ ਦੀ ਇੱਕ ਚੀਜ਼ ਪਤਾ ਉਹਦੀ, ਅਤੇ ਉਹਨੂੰ ਕਿਵੇਂ ਬਚਾਉਣਾ ਹੈ, ਉਹ ਇੱਕ ਫਿਜ਼ੀਓਥੈਰੇਪਿਸਟ ਦਾ ਬਹੁਤ ਵੱਡਾ ਰੋਲ ਹੈ। ਅਤੇ ਆਉਣ ਵਾਲਾ ਯੁੱਗ ਇਹ ਫਿਜ਼ੀਓਥੈਰੇਪਿਸਟ ਦਾ ਯੁੱਗ ਹੋਏਗਾ। ਤੁਸੀਂ ਖਰਾਬ ਹੋਣ ਤੋਂ ਬਚਾਉਣਾ ਹੈ, ਇੱਕ ਕੇਅਰ ਮਾਡਲ ਹੈ, ਆਪਾਂ ਕੇਅਰ ਕਰ ਰਹੇ ਹਾਂ। ਦੇਖੋ, ਮੈਨੂੰ ਬੜੇ ਬੰਦੇ ਸਵਾਲ ਪੁੱਛਦੇ ਨੇ ਕਿ ਇਹ ਠੀਕ ਹੋ ਜਾਏਗਾ। ਮੈਂ ਇਹ ਨਹੀਂ ਕਹਿੰਦਾ ਕਿ ਇਹ ਠੀਕ ਹੋ ਜਾਏਗਾ, ਅਸੀਂ ਮੈਨੇਜ ਕਰ ਰਹੇ ਹਾਂ। ਵਾਲ ਇੱਕ ਵਾਰ ਚਿੱਟਾ ਆ ਗਿਆ, ਮੁੜ ਕੇ ਕਾਲਾ ਨਹੀਂ ਆਉਂਦਾ। ਇੱਕ ਵਾਰ ਵੇਅਰ ਐਂਡ ਟੀਅਰ ਹੋ ਗਈ, ਉਹਨੂੰ ਰਿਵਾਈਵ ਕਰਨਾ ਬਹੁਤ ਔਖਾ ਹੈ, ਪਰ ਅੱਗੋਂ ਹੋਰ ਨਾ ਹੋਵੇ ਉਹਨੂੰ ਰੋਕ ਲਿਆ ਜਾਵੇ। ਸੋ ਇੱਥੇ ਇੱਕ ਫਿਜ਼ੀਓਥੈਰੇਪਿਸਟ ਬਹੁਤ ਅਹਿਮ ਭੂਮਿਕਾ ਅਦਾ ਕਰਦਾ ਹੈ। ਤੁਸੀਂ ਇਹ ਗੱਲ ਆਪਣੀ ਫਿਰ ਮੈਨੂੰ ਲੱਗਦਾ ਅਧੂਰੀ ਰਹਿ ਗਈ ਕਿ ਸ਼ਾਰਟ ਟਰਮ ਦੇ ਵਿੱਚ ਤੁਸੀਂ ਇਹ ਦੱਸ ਦਿਓ ਕਿ ਕਿੰਨੀ ਵੀ ਸਟੇਜ 'ਤੇ ਜਾ ਕੇ ਗੋਡਾ ਬਚਾਇਆ ਜਾ ਸਕਦਾ ਹੁੰਦਾ, ਅਤੇ ਕਿੰਨੀ ਸਟੇਜ 'ਤੇ ਜਾ ਕੇ ਤੁਸੀਂ ਕਹਿੰਦੇ ਵੀ ਸਾਡੇ ਵਾਸ ਦਾ ਕੰਮ ਨਹੀਂ ਹੋਈ, ਹੁਣ ਜਾਓ ਜੋ ਤੁਸੀਂ ਰਿਪਲੇਸਮੈਂਟ ਹੈ। ਦੇਖੋ, ਜਿਹੜੀ ਚੌਥੀ ਸਟੇਜ ਹੈ ਉੱਤੇ ਤਾਂ ਗੋਡਾ ਜੁੜ ਗਿਆ ਆਪਸ 'ਚ, ਜਦੋਂ ਜੁੜ ਹੀ ਗਿਆ, ਹੱਡੀ ਰਗੜ ਖਾਣ ਲੱਗ ਗਈ, ਅਸੀਂ ਕੁਝ ਨਹੀਂ ਕਰ ਸਕਦੇ। ਫਿਰ ਉਹ ਰਿਪਲੇਸਮੈਂਟ ਨਹੀਂ, ਇਹ ਟਾਈਮ ਦੱਸਣਾ ਬੜਾ ਔਖਾ ਹੈ ਜੀ। ਹਲਕਾ ਬੰਦਾ ਹੈ, ਮੰਨ ਲਓ, ਉਹਦਾ ਟਾਈਮ ਜ਼ਿਆਦਾ ਲੰਘ ਜਾਊਗਾ। ਭਾਰਾ ਹੈ, ਜ਼ਿਆਦਾ ਤੁਰਦਾ ਹੈ,
ਉਹਦਾ ਟਾਈਮ ਜਲਦੀ ਆ ਜਾਊਗਾ। ਇਸੇ ਕਰਕੇ ਕਿਹਾ ਜਾਂਦਾ ਵੀ ਪਹਿਲਾਂ ਵਜਨ ਘਟਾਓ। ਯੈਸ। ਦੂਸਰੀ ਗੱਲ, ਉਹ ਕੇਅਰ ਕਿੰਨੀ ਕਰ ਰਿਹਾ। ਮੰਨ ਲਓ ਉਹਨੂੰ ਪਤਾ ਲੱਗ ਗਿਆ, ਅਰਲੀ ਸਾਇੰਸ ਪਤਾ ਲੱਗ ਗਏ, ਉਹਨੇ ਕੇਅਰ ਕਰਨੀ ਸ਼ੁਰੂ ਕਰਤੀ, ਉਹਨੇ ਪ੍ਰੀਕਾਸ਼ਨਸ ਲੈਣੀ ਸ਼ੁਰੂ ਕਰਤੀ, ਉਹਨੇ ਐਕਸਰਸਾਈਜ਼ ਕਰਨੀ ਸ਼ੁਰੂ ਕਰਤੀ, ਉਹ ਸ਼ਾਇਦ ਜ਼ਿਆਦਾ ਟਾਈਮ ਲੈ ਜੇ ਉਹਦਾ, ਉਹ ਜਿਹੜੀ ਨੈਚੁਰਲ ਚੀਜ਼ ਆ ਉਹ ਬਚ ਜੇ, ਜ਼ਿਆਦਾ ਬਚ ਜੇ, ਉਨਾ ਹੀ ਉਹ ਟਾਈਮ ਆਪਾਂ ਹੋਰ ਉਹਨੂੰ ਪ੍ਰੋਟੈਕਟ ਕਰ ਲਿਆ। ਅੱਛਾ, ਹੁਣ ਇਹ ਦੱਸੋ ਕਿ ਤੀਜੀ ਸਟੇਜ ਤੱਕ ਬੰਦਾ ਪਹੁੰਚ ਗਿਆ, ਗੋਡੇ ਉਹਦੇ ਜਿਹੜੇ ਨੇ ਨਾ ਉਹ ਤੋਂ ਪੌੜੀ ਚੜ੍ਹਿਆ ਜਾਂਦਾ, ਨਾ ਉਹ ਤੋਂ ਚੌਂਕੜੀ ਮਾਰੀ ਜਾਂਦੀ ਹੈ, ਨਾ ਉਹ ਤੋਂ ਕਿੱਕ ਮਾਰੀ ਜਾਂਦੀ ਹੈ, ਨਾ ਉਹ ਬੰਦਾ ਹਰ ਟਾਈਮ ਜਿਹੜਾ ਉਹ ਗੋਲੀ ਜੇਬ 'ਚ ਰੱਖ ਰਿਹਾ, ਖਾ ਰਿਹਾ ਅਤੇ ਜੀ ਰਿਹਾ। ਅਜਿਹੇ ਹਾਲਾਤਾਂ ਦੇ ਵਿੱਚ ਤੁਹਾਡੇ ਕੋਲ ਆਉਂਦਾ, ਤੁਸੀਂ ਉਸ ਨੂੰ ਜਿਹੜੇ ਆ ਆਪਣੇ ਢੰਗ ਨਾਲ ਉਹਨੂੰ ਟਰੀਟਮੈਂਟ ਦਿੰਦੇ, ਕੁਛ ਐਕਸਰਸਾਈਜ਼ਾਂ ਕੁਝ ਇਹੋ ਜਿਹੀਆਂ ਦੱਸਦੇ ਹੋ ਜਿਹੜੀਆਂ ਕਿ ਉਹ ਠੀਕ ਉਹ ਜੇ ਰੈਗੂਲਰ ਕਰਦਾ ਰਹੇ ਤਾਂ ਜਿੰਨਾ ਕੁ ਉਹਦਾ ਖਰਾਬ ਹੋ ਗਿਆ ਉਹਨੂੰ ਵੀ ਥੋੜ੍ਹਾ ਜਿਹਾ ਰਿਕਵਰ ਹੋ ਜਾਏਗਾ ਅਤੇ ਅੱਗੋਂ ਹੋਰ ਖਰਾਬ ਨਾ ਹੋਵੇ। ਕੁਲਵੰਤ ਜੀ, ਬਿਲਕੁਲ ਤੁਸੀਂ ਸਹੀ ਕਿਹਾ ਕਿ ਐਕਸਰਸਾਈਜ਼ ਤਾਂ ਅਸੀਂ ਦੱਸਣੀਆਂ ਹੀ ਦੱਸਣੀਆਂ ਨੇ, ਪਰ ਅੱਜ ਤੁਹਾਡੇ ਮਾਧਿਅਮ ਰਾਹੀਂ, ਤੁਹਾਡੇ ਚੈਨਲ ਰਾਹੀਂ ਮੈਂ ਉਹਨੂੰ ਪ੍ਰੀਕਾਸ਼ਨ ਦੱਸ ਸਕਦਾ। ਪ੍ਰੀਕਾਸ਼ਨਸ ਇਹ ਨੇ ਕਿ ਉਹ ਪੌੜੀਆਂ ਅਵੋਇਡ ਕਰੇ, ਥੱਲੇ ਚੌਕੜੀ ਮਾਰਨਾ ਅਵੋਇਡ ਕਰੇ, ਜਿਹੜੀ ਐਕਟੀਵਿਟੀ 'ਚ ਉਹਨੂੰ ਪੇਨ ਹੈ ਉਹ ਅਵੋਇਡ ਕਰੇ। ਜੇ ਉਹਨੂੰ ਸੈਰ 1 ਕਿਲੋਮੀਟਰ ਚੱਲੇ ਤੇ ਕੋਈ ਦਰਦ ਨਹੀਂ ਹੈ ਤਾਂ ਉਨੀ ਕੀ ਕਰੇ, ਇਸ ਤੋਂ ਜ਼ਿਆਦਾ ਨਾ ਕਰੇ। ਠੀਕ ਹੈ। ਉਹ ਆਪਣੀ ਹੁਣ ਇਹਦੇ 'ਚ ਨਾ ਫੁੱਟਵੇਅਰ ਦਾ ਵੀ ਬੜਾ ਵੱਡਾ ਰੋਲ ਹੈ, ਜੁੱਤਿਆਂ ਦਾ ਬੜਾ ਵੱਡਾ ਰੋਲ ਹੈ। ਤੁਸੀਂ ਅੱਜ ਕੱਲ੍ਹ ਇਹੋ ਜਿਹੇ ਜੁੱਤੇ ਆ ਰਹੇ ਨੇ, ਹੀਲ ਉੱਚੀ ਹੁੰਦੀ ਹੈ, ਉਹਦੇ ਨਾਲ ਤੁਸੀਂ ਅਗਰ ਮੈਂ ਤੁਹਾਨੂੰ 2 ਘੰਟੇ ਖੜਨ ਨੂੰ ਕਹਿ ਦਾਂ ਤੁਸੀਂ ਖੜ ਨਹੀਂ ਪਾਓਗੇ। ਜੇ ਮੈਂ ਤੁਹਾਨੂੰ ਜ਼ਿਆਦਾ ਤੁਰਨ ਨੂੰ ਕਹਿ ਦਾਂ ਤੁਸੀਂ ਤੁਰ ਨਹੀਂ ਪਾਓਗੇ। ਅੱਜ ਕੱਲ੍ਹ ਫਾਰਮਲ ਸ਼ੂਜ਼, ਆਪਾਂ ਕਹਿੰਦੇ ਨੇ ਕਿ ਅਸੀਂ ਟਾਈ ਕੋਟ ਪੈਂਟ ਵਾਈਟ ਕਾਲਰ ਜੌਬ ਕਰਨੀ ਹੈ ਅਤੇ ਸ਼ੂਜ਼ ਫਾਰਮਲ ਪਾਣੇ ਨੇ, ਉਹਦੇ ਨਾਲ ਕੀ ਹੁੰਦਾ ਕਿ ਜੇ ਕਿੱਥੇ ਉਹਨੇ 2 ਘੰਟੇ ਖੜ੍ਹੇ ਹੋਣਾ ਹੈ, ਉਹ ਬੰਦੇ ਦੀ ਬੈਂਡ ਵੱਜ ਜਾਊਗੀ, ਉਹ ਕਹੂਗਾ ਮੇਰੇ ਤੋਂ ਤਾਂ ਖੜ੍ਹਿਆ ਨਹੀਂ ਹੋਇਆ ਜਾ ਰਿਹਾ। ਠੀਕ ਹੈ, ਮੈਨੂੰ ਤਾਂ ਕੁਰਸੀ ਮਿਲ ਜੇ। ਕਿਉਂ? ਉਹ ਸ਼ੂਜ਼ ਦਾ ਅਸਰ ਉਹਦੇ ਗਿੱਟੇ, ਗੋਡੇ ਅਤੇ ਪਿੱਠ 'ਤੇ ਆ ਰਿਹਾ। ਇਹੀ ਅਗਰ ਤੁਸੀਂ ਸਪੋਰਟਸ ਸ਼ੂਜ਼ ਪਾਏ ਹੋਣ, ਤੁਹਾਡੀ ਜਿਹੜੀ ਐਕਟੀਵਿਟੀ ਹੈ, ਉਹ ਐਫੀਸ਼ੀਐਂਸੀ ਹੈ, ਉਹ ਵੱਧ ਜਾਏਗੀ। ਯਾਨੀ ਕਿ ਆਮ ਬੰਦਿਆਂ ਨੂੰ ਸਾਰਿਆਂ ਨੂੰ ਸਪੋਰਟਸ ਸ਼ੂਜ਼ ਹੀ ਪਾਉਣੇ ਚਾਹੀਦੇ ਨੇ, ਜਿਹੜੇ ਅੱਡੀ ਵਾਲੇ ਬੂਟਾਂ ਨੂੰ ਅਵੋਇਡ ਕਰਨਾ ਚਾਹੀਦਾ। ਜੇ ਗੋਡੇ ਬਚਾਉਣੇ ਨੇ, ਗਿੱਟੇ ਬਚਾਉਣੇ, ਪਿੱਠ ਬਚਾਉਣੀ, 4 ਤੋਂ 5 ਸੈਂਟੀਮੀਟਰ ਹੀਲ ਠੀਕ ਹੈ। ਕਈ ਵਾਰ ਜਿਵੇਂ ਫੀਮੇਲਸ ਕੀ ਕਰਦੀਆਂ ਨੇ, ਉੱਚੀਆਂ ਉੱਚੀਆਂ ਹੀਲ, ਪੈਨਸਿਲ ਹੀਲ ਪਾ ਲੈਂਦੀਆਂ ਨੇ। ਪਹਿਲਾ ਕੰਮ ਜਦੋਂ ਵਿਆਹ ਤੋਂ ਵਾਪਸ ਆਉਂਦੀਆਂ ਨੇ ਨਾ, ਗੱਡੀ 'ਚ ਬੈਠਦੀ ਸਭ ਤੋਂ ਪਹਿਲੇ ਜੁੱਤੇ ਉਤਾਰ ਕੇ ਪਰਾਂ ਮਾਰਦੀਆਂ ਨੇ। ਅੱਛਾ, ਉੱਥੇ ਵੀ ਵਿਆਹ 'ਤੇ ਵੀ ਬੈਠਣਾ ਜਾ ਪਹਿਲੇ ਦੇਖਣਗੇ ਕਿ ਮੈਂ ਉਹ ਫਲਾਣੀ ਚੀਜ਼ ਖਾਣ ਪੀ ਕੇ ਮਤਲਬ ਉੱਥੇ ਬੈਠ ਜਾ, ਮੈਨੂੰ ਸੀਟ ਮਿਲ ਜੇ। ਸੋ ਦੇਖੋ, ਸਰੀਰ ਤੁਹਾਨੂੰ ਦੱਸ ਰਿਹਾ, ਤੁਸੀਂ ਕੈਚ ਨਹੀਂ ਕਰਦੇ, ਕਿਉਂਕਿ ਸਾਡੇ ਵਾਸਤੇ ਫੈਸ਼ਨ ਬਹੁਤ ਜ਼ਰੂਰੀ ਹੈ। ਠੀਕ ਹੈ ਨਾ। ਸੋ ਜਦੋਂ ਸਰੀਰ ਤੁਹਾਨੂੰ ਦੱਸਦਾ ਹੈ, ਆਪਣੇ ਸਰੀਰ ਨੂੰ ਸੁਣੋ। ਮੈਂ ਕਹਿੰਦਾ ਡਾਕਟਰ ਦੀ ਵੀ ਨਾ ਸੁਣੋ, ਆਪਣੇ ਸਰੀਰ ਨੂੰ ਸੁਣੋ। ਤੁਹਾਨੂੰ ਕਿਹੜੀ ਐਕਟੀਵਿਟੀ 'ਚ ਪੇਨ ਵੱਧ ਰਿਹਾ, ਕਿਹੜੀ ਐਕਟੀਵਿਟੀ ਰਿਲੀਫ ਮਿਲ ਰਿਹਾ, ਇਹ ਚੀਜ਼ਾਂ ਨੋਟ ਡਾਊਨ ਕਰੋ, ਬਹੁਤ ਜ਼ਰੂਰੀ ਨੇ। ਐਕਸਰਸਾਈਜ਼ ਕੁਲਵੰਤ ਜੀ, ਹੁਣ ਉਹ ਸਟੇਜਿਸ ਨੇ। ਠੀਕ ਹੈ, ਮੈਂ ਕਹਾਂ ਕਿ ਤੁਸੀਂ ਇੰਨਾ ਹੀ ਕਿਲੋਮੀਟਰ ਤੁਰੋ ਜਾਂ ਇੱਥੇ TV 'ਚ ਸੁਣ ਕੇ ਉਹ ਕਰਨਾ ਸ਼ੁਰੂ ਕਰ ਦੇਣ, ਉਹ ਗਲਤ ਹੈ। ਆਪਣੇ ਸ਼ਹਿਰ 'ਚ ਕਿਸੇ ਚੰਗੇ ਫਿਜ਼ੀਓਥੈਰੇਪਿਸਟ ਨੂੰ ਜ਼ਰੂਰ ਵਿਜ਼ਿਟ ਕਰਨ, ਵਿਜ਼ਿਟ ਕਰਕੇ ਫਿਰ ਐਕਸਰਸਾਈਜ਼ ਫੋਲੋ ਕਰਨ। ਦੇਖੋ, ਕਦੀ ਵੀ TV ਕਿਸੇ ਵੀ ਉਹਦੇ 'ਤੇ ਐਕਸਰਸਾਈਜ਼ ਦੇਖ ਕੇ ਨਹੀਂ ਕਰਨੀਆਂ ਚਾਹੀਦੀਆਂ। 2 ਰੀਜ਼ਨ ਨੇ। ਪਹਿਲਾ ਰੀਜ਼ਨ ਤਾਂ ਇਹ ਹੈ ਕਿ ਤੁਹਾਡੇ ਸਿਰ 'ਤੇ ਕੋਈ ਹੈ ਨਹੀਂ, ਪਤਾ ਨਹੀਂ ਕਿ ਤੁਸੀਂ ਸਹੀ ਕਰ ਰਹੇ ਹੋ ਕਿ ਗਲਤ ਕਰ ਰਹੇ ਹੋ। ਤੁਹਾਡੀ ਗਲਤੀ, ਗੁਰੂ ਹੋਣਾ ਬੜਾ ਜ਼ਰੂਰੀ ਹੈ, ਉਹ ਗਲਤ ਕਰੇਗਾ ਤਾਂ ਨੁਕਸਾਨ ਵਧੇਗਾ। ਠੀਕ ਹੈ। ਦੂਜੀ ਗੱਲ ਇਹ ਹੈ ਕਿ ਤੁਹਾਡਾ ਸਟੇਟਸ ਮੈਨੂੰ ਹੁਣ ਇੱਥੇ TV 'ਤੇ ਬੈਠੇ ਨਹੀਂ ਪਤਾ ਕਿ ਕਿਸ ਲੈਵਲ ਦੀ ਐਕਸਰਸਾਈਜ਼ ਦੱਸਣੀ ਹੈ। ਤੁਹਾਡਾ ਲੈਵਲ ਹੋਰ ਹੋਵੇ, ਮੈਂ ਔਖੀ ਦੱਸਦਾ, ਤੁਹਾਡਾ ਲੈਵਲ ਵਧੀਆ ਹੋਵੇ, ਮੈਂ ਸੌਖੀ ਦੱਸਦਾ, ਉਹਦਾ ਕੋਈ ਫਾਇਦਾ ਨਹੀਂ ਹੈ। ਸੋ ਆਪਣੇ ਸ਼ਹਿਰ 'ਚ ਕਿਸੇ ਅੱਛੇ ਫਿਜ਼ੀਓਥੈਰੇਪਿਸਟ ਨੂੰ ਮਿਲੋ, ਉਹਨੂੰ ਗੋਡਾ ਚੈੱਕ ਕਰਾਓ, ਤੁਹਾਡੀ ਉਹ ਗੋਡੇ ਦੀ ਅਲਾਈਨਮੈਂਟ ਚੈੱਕ ਕਰੇਗਾ, ਮਸਲਸ ਚੈੱਕ ਕਰੇਗਾ, ਲਿਗਾਮੈਂਟਸ ਚੈੱਕ ਕਰੇਗਾ, ਟੈਂਡਨਸ ਚੈੱਕ ਕਰੇਗਾ, ਸਟੇਬਿਲਿਟੀ ਜੁਆਇੰਟ ਦੀ ਕਿੰਨੀ ਹੈ ਉਹ ਚੈੱਕ ਕਰੇਗਾ, ਤੁਹਾਡਾ ਫੁੱਟਵੀਅਰ ਚੈੱਕ ਕਰੇਗਾ, ਤੁਹਾਡਾ ਉੱਠਣ ਬੈਠਣ ਦਾ ਸਟਾਈਲ ਚੈੱਕ ਕਰੇਗਾ, ਤੁਹਾਡੀ ਪ੍ਰੀਕਾਸ਼ਨ ਦੱਸੇਗਾ। ਸੋ ਕਿੰਨੀਆਂ ਹੀ ਚੀਜ਼ਾਂ ਨੇ ਜਿਹੜੀਆਂ ਚੈੱਕ ਕਰਨ ਵਾਲੀਆਂ ਨੇ। ਉਹ ਚੈੱਕ ਕਰਨ ਤੋਂ ਬਾਅਦ ਫਿਰ ਇੱਕ ਫਾਈਨਲ ਤੁਹਾਨੂੰ ਉਹ ਲੇਆਊਟ ਦੇਗਾ ਕਿ ਤੁਸੀਂ ਆਹ ਪ੍ਰੀਕਾਸ਼ਨਸ ਲੈਣੀਆਂ ਨੇ, ਆਹ ਤੁਸੀਂ ਐਕਸਰਸਾਈਜ਼ ਕਰਨੀਆਂ ਨੇ, ਅਤੇ ਇੰਨੇ ਦਿਨਾਂ ਬਾਅਦ ਆ ਕੇ ਮੈਨੂੰ ਫਿਰ ਮਿਲਣਾ ਤੁਸੀਂ। ਅਗਰ ਤੁਹਾਡਾ ਪੇਨ ਜ਼ਿਆਦਾ ਹੈ ਤਾਂ ਫਿਰ ਸ਼ਾਇਦ ਫਿਜ਼ੀਓਥੈਰੇਪਿਸਟ ਤੁਹਾਨੂੰ ਰੈਗੂਲਰ ਬੁਲਾਵੇ। ਠੀਕ ਹੈ। ਹੁਣ ਫਿਜ਼ੀਓਥੈਰੇਪਿਸਟ ਦੇ ਦੇਖੋ 3 ਰੋਲ ਨੇ। ਸਭ ਤੋਂ ਪਹਿਲਾ ਜਿਹੜਾ ਰੋਲ ਹੈ
ਉਹਨੇ ਤੁਹਾਨੂੰ ਪ੍ਰੀਕਾਸ਼ਨਸ ਦੱਸਣੀਆਂ, ਪ੍ਰੀਵੈਂਸ਼ਨਸ ਦੱਸਣੀਆਂ ਨੇ। ਦੂਜਾ ਰੋਲ ਆ ਉਹਦੇ ਕੋਲ ਕੁਝ ਮਸ਼ੀਨਾਂ ਨੇ, ਜੇ ਤੁਹਾਡਾ ਦਰਦ ਜ਼ਿਆਦਾ ਹੈ ਉਹ ਮਸ਼ੀਨਾਂ ਰਾਹੀਂ ਤੁਹਾਡਾ ਦਰਦ ਘਟਾਊਗਾ, ਉਹ ਤੋਂ ਬਾਅਦ ਐਕਸਰਸਾਈਜ਼ ਦੱਸੂਗਾ। ਜੇ ਫਿਰ ਮਸ਼ੀਨਾਂ ਨਾਲ ਵੀ ਨਹੀਂ ਘਟ ਰਿਹਾ ਫਿਰ ਉਹ ਮੈਨੂਅਲ ਥੈਰੇਪੀ ਦੇਗਾ। ਉਹਦੇ ਕੋਲ ਹੱਥ 'ਚ ਕਈ ਸਕਿੱਲਸ ਨੇ ਜਿਹੜੇ ਉਹ ਸਕਿੱਲਸ ਨਾਲ ਤੁਹਾਡਾ ਗੋਡਾ ਠੀਕ ਕਰਨ 'ਚ ਹੈਲਪ ਕਰੇਗਾ। ਉਹ ਤੋਂ ਬਾਅਦ ਉਹ ਤੁਹਾਨੂੰ ਨਾਲ ਦੀ ਨਾਲ ਐਕਸਰਸਾਈਜ਼ ਦੱਸੇਗਾ ਤਾਂ ਕਿ ਜਿਹੜੀ ਗੋਡੇ ਦੀ ਅਲਾਈਨਮੈਂਟ ਤੁਹਾਡੀ ਸੈੱਟ ਕੀਤੀ ਹੈ ਜਾਂ ਜਿਹੜੀ ਰੇਂਜ ਤੁਹਾਡੀ ਲਿਆਂਦੀ ਹੈ ਉਹ ਤੁਸੀਂ ਮੇਨਟੇਨ ਕਰ ਸਕੋ। ਅੱਛਾ, ਹੁਣ ਇੱਥੇ ਜਿਹੜਾ ਜੇ ਇਹ ਸਵਾਲ ਨਾ ਪੁੱਛੀਏ ਤਾਂ ਮੈਨੂੰ ਲੱਗਦਾ ਦਰਸ਼ਕ ਵੀ ਨਾਰਾਜ਼ ਹੋਣਗੇ। ਕਿਹੜੀਆਂ ਉਹ ਚੀਜ਼ਾਂ ਨੇ, ਤੁਹਾਡਾ ਇੱਕ ਲੰਮਾ ਤਜਰਬਾ ਰਿਹਾ ਫਿਜ਼ੀਓਥੈਰੇਪੀ ਦਾ, ਤੁਸੀਂ ਲੰਮੇ ਸਮੇਂ ਤੋਂ ਪੇਸ਼ੈਂਟਸ ਨੂੰ ਦੇਖਦੇ ਵੀ ਆ ਰਹੇ ਹੋ, ਪੜ੍ਹਾਉਂਦੇ ਵੀ ਹੋ ਯੂਨੀਵਰਸਿਟੀ ਦੇ ਵਿੱਚ ਫਿਜ਼ੀਓਥੈਰੇਪੀ ਦੇ ਸਟੂਡੈਂਟਸ ਨੂੰ, ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਆਮ ਇਨਸਾਨ ਰੈਗੂਲਰ ਗਲਤੀਆਂ ਕਰ ਰਿਹਾ ਜਿਨ੍ਹਾਂ ਕਰਕੇ ਜਿਹੜਾ ਉਹ ਗੋਡੇ ਖਰਾਬ ਹੋ ਰਹੇ ਨੇ? ਇਹਦੇ 'ਚ ਬੜਾ ਕੁਛ ਆ ਜਾਂਦਾ ਜੀ। ਅਗਰ ਇਹਨੂੰ ਸਮ ਅਪ ਕੀਤਾ ਤਾਂ ਮੈਂ ਲਾਈਫ ਸਟਾਈਲ 'ਚ ਸਮ ਅਪ ਕੀਤਾ, ਠੀਕ ਹੈ। ਲਾਈਫ ਸਟਾਈਲ 'ਚ ਇਹ ਹੈਗੀ, ਆਪਾਂ ਹੁਣ ਦੇਖੋ ਸਾਈਕਲਿੰਗ ਦਾ ਕਿੰਨਾ ਟਰੈਂਡ ਆ ਗਿਆ, ਲੋਕ ਸ਼ੌਂਕੀਆ ਸਾਈਕਲ ਚਲਾਉਣ ਲੱਗ ਗਏ। ਮੈਨੂੰ ਬੜਾ ਚੰਗਾ ਲੱਗਿਆ, ਉਹਦੇ ਨਾਲ ਗੋਡੇ ਠੀਕ ਰਹਿਣਗੇ, ਠੀਕ ਹੈ। ਉਹ ਕਿਵੇਂ ਠੀਕ ਰਹਿਣਗੇ ਕਿ ਜਿਹੜਾ ਗੋਡਾ ਹੈ, ਗੋਡੇ ਵਿੱਚ ਇੱਕ ਤਰਲ ਪਦਾਰਥ ਹੈ ਜਿਹਨੂੰ ਸਾਈਨੋਵਿਲ ਫਲੂਇਡ ਕਹਿੰਦੇ ਨੇ। ਉਹ ਜਿਹੜਾ ਸਾਈਨੋਵਿਲ ਫਲੂਇਡ ਹੈ ਜਿਹਨੂੰ ਲੇਮੈਨ ਇੱਕ ਗਰੀਸ ਕਹਿ ਦਿੰਦਾ ਕਿ ਗਰੀਸ ਮੁੱਕ ਗਈ ਜੀ। ਹੁਣ ਉਹ ਜਿਹੜਾ ਸਾਈਨੋਵਿਲ ਫਲੂਇਡ ਹੈ ਉਹਨੇ ਤੁਹਾਡਾ ਕਾਰਟਿਲੇਜ ਮੇਨਟੇਨ ਰੱਖਣਾ ਹੈ। ਕਾਰਟਿਲੇਜ ਨੂੰ ਕੋਈ ਬਲੱਡ ਸਪਲਾਈ ਨਹੀਂ ਹੈ, ਸੋ ਉਹਨੂੰ ਜਿਹੜਾ ਨਰਿਸ਼ਮੈਂਟ ਮਿਲਦਾ ਹੈ ਉਹਦੇ ਹੈਲਦੀ ਰਹਿਣ ਵਾਸਤੇ ਗੋਡੇ ਨੂੰ ਪੂਰਾ ਐਂ ਖੁੱਲ੍ਹਣਾ ਬੰਦ ਹੋਣਾ ਬਹੁਤ ਜ਼ਰੂਰੀ ਹੈ, ਅਤੇ ਉਹ ਸਾਈਕਲਿੰਗ ਨਾਲ ਬਹੁਤ ਵਧੀਆ ਹੋ ਰਿਹਾ, ਠੀਕ ਹੈ ਜੀ। ਸੋ ਸਾਈਕਲਿੰਗ ਕਰਨੀ ਬਹੁਤ ਜ਼ਰੂਰੀ ਹੈ। ਤੁਸੀਂ ਸਾਈਕਲਿੰਗ ਅਗਰ ਨਹੀਂ ਕਰ ਪਾ ਰਹੇ ਤਾਂ ਜੇ ਤੁਹਾਡੇ ਭਾਰ ਜ਼ਿਆਦਾ ਹੈ, ਤੁਹਾਡੇ ਗੋਡਾ ਤੁਹਾਡਾ ਵਜ਼ਨ ਨਹੀਂ ਚੱਲਦੇ, ਤੁਸੀਂ ਸਵਿਮਿੰਗ ਪੂਲ 'ਚ ਤੁਰ ਲਓ। ਤੁਸੀਂ ਸਵਿਮਿੰਗ ਪੂਲ 'ਚ ਲੱਤਾਂ ਇੱਦਾਂ ਚਲਾ ਲਓ, ਤੁਹਾਡੀ ਪਿੱਠ ਵੀ ਸਹੀ ਰਹੂਗੀ, ਗੋਡੇ ਵੀ ਸਹੀ ਰਹਿਣਗੇ। ਤੁਸੀਂ ਖਾਣ ਪੀਣ ਦਾ ਬਹੁਤ ਖਿਆਲ ਰੱਖੋ, ਜਿੰਨਾ ਹੁਣ ਭਾਰ ਹੈਗਾ ਇਹ ਤੋਂ ਨਾ ਵਧੇ, ਘੱਟ ਬੇਸ਼ੱਕ ਜਾਵੇ। ਸੋ ਫਿਜ਼ੀਕਲ ਐਕਟੀਵਿਟੀ ਦਾ ਥੋੜ੍ਹਾ ਜਿਹਾ ਹਿੱਸਾ ਆਪਣੀ ਲਾਈਫ 'ਚ ਜ਼ਰੂਰ ਲਿਆਓ। ਪੇਨਲੈਸ ਐਕਟੀਵਿਟੀ, ਪੇਨਫੁਲ ਨਹੀਂ, ਪੇਨਲੈਸ। ਅਤੇ ਖਾਣ ਪੀਣ, ਡਾਈਟ ਮਿੱਠਾ ਘਟਾ ਦਿਓ ਤਾਂ ਕਿ ਭਾਰ ਘਟੇ। ਇਹਦੇ ਵਾਸਤੇ ਅਗੇਨ ਮੈਂ ਕਹੂੰਗਾ ਸਪੈਸ਼ਲਾਈਜੇਸ਼ਨ ਦਾ ਜ਼ਮਾਨਾ ਹੈ, ਤੁਸੀਂ ਡਾਈਟੀਸ਼ੀਅਨ ਦੀ ਹੈਲਪ ਲਓ। ਇੱਕ ਜਿਹੜੇ ਆਰਥੋਸਿਸ ਪ੍ਰੋਥੋਸਿਸ ਸਪੈਸ਼ਲਿਸਟ ਨੇ ਜਿਹੜੇ ਤੁਹਾਡੇ ਪੈਰ 'ਚ ਪਤਾਵੇ ਪਾਉਂਦੇ ਨੇ ਤਾਂ ਕਿ ਤੁਹਾਡੀ ਗੋਡੇ ਦੀ ਅਲਾਈਨਮੈਂਟ ਸਹੀ ਰਹੇ, ਉਹਨਾਂ ਦੀ ਹੈਲਪ ਲਓ। ਸੋ ਅੱਜ ਕੱਲ੍ਹ ਦੇਖੋ ਬੜਾ ਹੀ ਖੂਬਸੂਰਤ ਸਮਾਂ ਇਹ ਹੈ ਕਿ ਹਰ ਚੀਜ਼ ਦੀ ਸਾਡੇ ਕੋਲ ਸਪੈਸ਼ਲ ਬੰਦੇ ਹੈਗੇ ਨੇ, ਸਪੈਸ਼ਲਟੀਜ਼ ਹੈਗੀਆਂ ਨੇ। ਪਹਿਲੇ ਵਾਲਾ ਕੰਮ ਨਹੀਂ ਹੈ ਕਿ ਇੱਕੋ ਬੰਦਾ ਹੀ ਸਾਰਾ ਕੁਛ ਕਰੀ ਜਾ ਰਿਹਾ। ਹਰ ਚੀਜ਼ ਦਾ ਸਪੈਸ਼ਲਾਈਜ਼ ਬੰਦਾ ਹੈਗਾ ਔਰ ਉਹਨੂੰ ਆਪਣਾ ਕੰਮ ਬਾਖੂਬੀ ਆਉਂਦਾ, ਠੀਕ ਹੈ। ਔਰ ਮੈਂ ਫਿਰ ਇਹੀ ਗੱਲ ਕਹਾਂਗਾ ਕਿ ਇੱਕ ਇਕੱਲਾ ਫਿਜ਼ੀਓਥੈਰੇਪਿਸਟ, ਇਕੱਲਾ ਆਰਥੋਪੈਡਿਸ਼ਨ ਕਦੀ ਕੁਛ ਨਹੀਂ ਕਰ ਸਕਦਾ। ਇਟਸ ਏ ਟੀਮ ਵਰਕ। ਅਗਰ ਅੱਛੀ ਟੀਮ ਹੈ ਤੁਹਾਡੇ ਕੋਲ, ਅੱਛੇ ਡਾਕਟਰਸ ਦੀ ਟੀਮ ਹੈ, ਚਾਹੇ ਉਹ ਆਰਥੋਪੈਡਿਸ਼ਨ ਹੈ, ਚਾਹੇ ਉਹ ਫਿਜ਼ੀਓਥੈਰੇਪਿਸਟ ਹੈ, ਚਾਹੇ ਉਹ ਡਾਈਟੀਸ਼ੀਅਨ ਹੈ, ਚਾਹੇ ਉਹ ਆਰਥੋਸਿਸ ਪ੍ਰੋਸੈਸਿਸ ਸਪੈਸ਼ਲਿਸਟ ਹੈ, ਅਗਰ ਇਹ ਟੀਮ ਤੁਹਾਡੇ ਕੋਲ ਇੱਦਾਂ ਦੀ ਕਈ ਮਤਲਬ ਟੀਮ ਹੈ ਅਗਰ, ਤਾਂ ਤੁਸੀਂ ਵੰਡਰ ਕਰ ਸਕਦੇ ਹੋ। ਔਰ ਉਹ ਬੰਦਾ ਮੈਂ ਕਹਿੰਦਾ ਖਰਾਬ ਹੋ ਹੀ ਨਹੀਂ ਸਕਦਾ। ਲਾਸਟ ਕੁਐਸਚਨ, ਸੇਕ ਦਾ ਅਤੇ ਠੰਡੇ ਬਰਫ਼ ਦਾ ਕਿੰਨਾ ਕੁ ਅਸਰ ਹੁੰਦਾ ਹੈ? ਬੜਾ ਵਧੀਆ ਸਵਾਲ ਪੁੱਛਿਆ ਜੀ। ਇਹ ਫਸਟ ਏਡ 'ਚ ਮੈਂ ਬਿਲਕੁਲ ਲੋਕਾਂ ਨੂੰ ਦੱਸਦਾ। ਅਗਰ ਤੁਹਾਨੂੰ ਤਾਜ਼ੀ ਸੱਟ ਲੱਗੀ ਹੈ, ਭਰਿੰਡ ਲੜ ਗਈ, ਕੋਈ ਰੋੜਾ ਹੋ ਗਿਆ ਜਾਂ ਕੁਛ ਹੈ, ਪਹਿਲੇ 24 to 48 ਘੰਟੇ ਅਗਰ ਬੋਡੀ ਸੇਕ ਮਾਰ ਰਹੀ ਹੈ ਤੁਹਾਡੀ, ਤਾਂ ਤੁਸੀਂ ਆਈਸ ਪੈਕ ਲਾਉਣਾ ਹੈ ਘੱਟੋ ਘੱਟ 15 ਮਿੰਟ, ਔਰ ਹਰ 2-2 ਘੰਟੇ ਬਾਅਦ ਰਿਪੀਟ ਕਰ ਸਕਦੇ ਹੋ। ਅਗਰ ਉਹ ਸੇਕ ਮਾਰਨੋਂ ਹਟ ਗਿਆ ਤੁਹਾਡਾ ਸਰੀਰ, ਜਿੱਥੇ ਲੋਕਲਾਈਜ਼ ਸੱਟ ਲੱਗੀ ਹੈ, ਫਿਰ ਤੁਸੀਂ 48 ਘੰਟੇ ਬਾਅਦ ਉੱਥੇ ਸੇਕਾ ਦੇ ਸਕਦੇ ਹੋ। ਚੈੱਕ ਇਹ ਕਰਨਾ ਹੈ ਪੁੱਠੇ ਹੱਥ ਨਾਲ ਕਿ ਜਿੱਥੇ ਸੱਟ ਲੱਗੀ ਹੈ ਉਹ ਸੇਕ ਤਾਂ ਨਹੀਂ ਮਾਰ ਰਿਹਾ। ਅਗਰ ਉਹ ਸੇਕ ਮਾਰ ਰਿਹਾ ਇਹਦਾ ਮਤਲਬ ਠੰਡੇ ਦੀ ਲੋੜ ਹੈ। ਇਹਨੂੰ ਆਪਾਂ ਕਹਿੰਦੇ ਹਾਂ ਐਕਿਊਟ ਐਂਡ ਕ੍ਰੋਨਿਕ। ਅਗਰ ਐਕਿਊਟ ਇੰਜਰੀ ਹੈ ਪਹਿਲੇ ਕੁਛ ਘੰਟੇ, ਤਾਂ ਬਰਫ਼, ਨਹੀਂ ਤਾਂ ਸੇਕ। ਇਹਦੇ ਨਾਲ ਜਿਹੜਾ ਉਹ ਫਰਕ ਪਏਗਾ, ਉਹਦਾ ਕਾਫੀ ਹੱਦ ਤੱਕ ਰਿਲੀਫ ਮਿਲੇਗਾ, ਸੋਜਾ ਘਟੇਗਾ, ਦਰਦ ਘਟੇਗਾ, ਪਰ ਤੁਹਾਨੂੰ ਡਾਕਟਰ ਕੋਲ ਫਿਰ ਵੀ ਜਾਣਾ ਪਏਗਾ। ਆਪਾਂ ਫਸਟ ਏਡ ਕਹਿ ਸਕਦੇ ਹਾਂ। ਇਟਸ ਏ ਪਾਰਟ ਆਫ ਏ ਫਸਟ ਏਡ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵੱਡਮੁੱਲੀ ਜਾਣਕਾਰੀ ਜਿਹੜੀ ਹੈ ਸਾਡੇ ਦਰਸ਼ਕਾਂ ਨੂੰ ਦਿੱਤੀ।
ਬਹੁਤ ਬਹੁਤ ਧੰਨਵਾਦ ਜੀ ਕੁਲਵੰਤ ਜੀ, ਤੁਸੀਂ ਹਮੇਸ਼ਾ ਹੀ ਬੜਾ ਸਾਥ ਦਿੰਦੇ ਹੋ ਮੇਰੇ ਵਿਚਾਰ ਲੋਕਾਂ ਤੱਕ ਲਿਆਉਣ ਵਾਸਤੇ। ਅਤੇ ਮੈਂ ਲੋਕਾਂ ਨੂੰ ਇਹੀ ਕਹੂੰਗਾ ਕਿ ਆਪਣੀ ਸਿਹਤ ਦਾ ਖਿਆਲ ਰੱਖੋ, ਸਰਜਰੀ ਲਾਸਟ ਆਪਸ਼ਨ ਰੱਖੋ ਜਦੋਂ ਕੋਈ ਹੱਲ ਨਹੀਂ ਹੈ। ਪਹਿਲੇ ਕੁਛ ਐਕਸਰਸਾਈਜ਼, ਡਾਈਟੀਸ਼ੀਅਨ ਦੀ ਹੈਲਪ ਲਓ ਤਾਂ ਕਿ ਤੁਹਾਡੀ ਸਿਹਤ ਠੀਕ ਰਹੇ। ਵਾਹਿਗੁਰੂ ਨੂੰ ਇਹੀ ਅਰਦਾਸ ਕਰਦੇ ਹਾਂ ਕਿ ਜਿਹੜਾ ਵੀ ਆਵੇ ਰਾਜੀ ਜਾਵੇ। ਸ਼ੁਕਰੀਆ ਜੀ। ਸੋ ਇਹ ਸਨ ਡਾਕਟਰ ਪੰਕਜਪ੍ਰੀਤ ਸਿੰਘ, ਜਿਨ੍ਹਾਂ ਨੇ ਗੋਡੇ ਕਿਉਂ ਖਰਾਬ ਹੁੰਦੇ ਨੇ, ਗੋਡੇ ਕੀ ਨੇ, ਕਿੱਥੇ ਗੋਡੇ ਦੇ ਅੰਦਰ ਕਿਹੜੇ ਕਿਹੜੇ ਪਾਰਟ ਜਿਹੜੇ ਨੇ ਉਹ ਕਿਵੇਂ ਖਰਾਬ ਹੋ ਜਾਂਦੇ ਨੇ, ਕਿਵੇਂ ਆਪਾਂ ਉਹਨਾਂ ਨੂੰ ਬਚਾ ਕੇ ਰੱਖ ਸਕਦੇ ਹਾਂ, ਜਦੋਂ ਖਰਾਬ ਹੋ ਜਾਣ ਤਾਂ ਕਿਹੜੀ ਸਟੇਜ ਦੇ ਉੱਤੇ ਜਾ ਕੇ ਆਪਾਂ ਉਹਨਾਂ ਨੂੰ, ਕਿਹੜੀ ਸਟੇਜ ਤੱਕ ਉਹਨਾਂ ਨੂੰ ਜਾ ਕੇ ਠੀਕ ਕਰ ਸਕਦੇ ਹਾਂ, ਅਤੇ ਜਦੋਂ ਸਾਡੇ ਗੋਡੇ ਖਰਾਬ ਹੋ ਜਾਂਦੇ ਨੇ ਤਾਂ ਕਦੋਂ ਇੱਕ ਫਿਜ਼ੀਓਥੈਰੇਪਿਸਟ ਇੱਕ ਜਿਹੜਾ ਹੱਥ ਖੜੇ ਕਰ ਦਿੰਦਾ ਵੀ ਹੁਣ ਸਾਡੇ ਵੱਸ ਦਾ ਕੰਮ ਨਹੀਂ, ਹੁਣ ਤੁਸੀਂ ਔਰਥੋਪੈਟੀਸ਼ੀਅਨਸ ਕੋਲ ਜਾਓ, ਤੁਹਾਡੀ ਸਰਜਰੀ ਹੋਏਗੀ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਤਾਂ ਕਾਈਂਡਲੀ ਕਿਰਪਾ ਕਰਕੇ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਸਾਰਿਆਂ ਨੂੰ ਹੋਵੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।